देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया आखना थैंक यू, शुक्रिया जी। सियासत दे विच कोई पद्धर मापण वाला जे यंत्र हुंदा ना ते घट्टो घट्ट पंजाब दी पॉलिटिक्स नूं मापण तो भी इनकार कर दिंदा, इहदे म्यार नूं मापण तो शायद मुनकर हो जांदा। जिस स्थिति दे विच अज दी पॉलिटिक्स खड़ी है, भगवंत मान बतौर मुख मंत्री जदों सुखबीर सिंह बादल ते हमला करदे आ ते उस तो बाद सुखबीर सिंह बादल मोड़वा हमला करदे आ, इन्हां दोनां दे म्यारां नूं परखण लई मैनूं लगदा जवाब ब्रेन तां दे जांदा। स्वाद जिन्ना मर्जी लेना ਲਈ ਚੱਲੋ, ਪਰ ਉਹ ਲੋਕ ਜਿਹੜੇ ਸਾਨੂੰ ਅਗਵਾਈ ਦੇਣ ਦੇ ਦਮ ਭਰਦੇ ਨੇ, ਅਗਵਾਈ ਦੇ ਅਲੰਬਰਦਾਰ ਖਵਾਉਂਦੇ ਨੇ, ਜੇ ਉਹਨਾਂ ਦਾ ਇਹ ਪੱਧਰ ਹੈ ਤਾਂ ਘੱਟੋ ਘੱਟ ਸਾਨੂੰ ਇਹ ਪੱਧਰ ਗਵਾਰਾ ਨਹੀਂ। ਇਹ ਪੰਜਾਬ ਦੇ ਲੋਕਾਂ ਦਾ ਇਸ ਵੇਲੇ ਦੀ ਰਾਏ ਬਣ ਰਹੀ ਹੈ। ਇਹ ਆਮ ਪਰਸੈਪਸ਼ਨ ਹੈ ਕਿ ਇਹ ਪੋਲਿਟਿਕਸ ਹੈ, ਜੇ ਤਾਂ ਫਿਰ ਸਾਨੂੰ ਮਨਜ਼ੂਰ ਨਹੀਂ। ਪਰ ਵੈਸੇ ਦੂਜਾ ਇਹਦਾ ਪਹਿਲੂ ਇਹ ਵੀ ਹੈ, ਕਹਿੰਦੇ ਨੇ ਜਿਸ ਤਰ੍ਹਾਂ ਦਾ ਸੁਸਾਇਟੀ ਦਾ ਪੱਧਰ ਹੋਵੇ ਲੀਡਰਸ਼ਿਪ ਉਦਾਂ ਦੀ ਮਿਲਦੀ ਹੁੰਦੀ ਹੈ, ਵਾਈਸ ਵਰਸਾ ਹੀ ਆ। ਹੁਣ ਇਹਨੂੰ ਕਿੱਦਾਂ ਪ੍ਰਭਾਸ਼ਿਤ ਕਰੀਏ ਦੀ ਵਿਆਖਿਆ ਲੈਂਦੇ ਆ। ਸਿਆਣੇ ਬੰਦੇ ਨਾਲ ਨੇ ਇਹਨਾਂ ਤੋਂ ਸਮਝਣ ਦਾ ਯਤਨ ਕਰਦੇ ਆ ਕਿ ਕੀ ਪਿਛਲੇ 50 ਸਾਲਾਂ ਦੇ ਵਿੱਚ ਕਦੇ ਇਸ ਪੱਧਰ ਦੀ ਪੋਲਿਟਿਕਸ ਪਹਿਲਾਂ ਵੀ ਦੇਖੀ ਗਈ ਹੈ ਜਾਂ ਹੁਣੀ ਅਸੀਂ ਨਵੇਂ ਮਿਆਰ ਸਿਰਜਿਆ। ਦੂਜਾ ਮਾਮਲਾ ਦਿੱਲੀ ਦੇ ਵਿੱਚ ਆਰਡੀਨੈਂਸ ਨਾਲ ਸੰਬੰਧਿਤ ਬਿੱਲ ਲੈ ਕੇ ਆਉਣ ਦਾ ਪਾਰਲੀਮੈਂਟ ਦੇ ਵਿੱਚ। ਉਹਦੇ ਵਿੱਚ ਕੁਝ ਸੋਧਾਂ ਨੇ, ਉਹਦੇ ਵਿੱਚ ਦਿੱਲੀ ਅਸੈਂਬਲੀ ਨੂੰ ਥੋੜਾ ਜਿਹਾ ਵਜਨ ਦਿੱਤਾ ਗਿਆ ਔਰ ਕੇਜਰੀਵਾਲ ਨੂੰ ਵਜਨ ਦਿੱਤਾ ਗਿਆ ਕਿ ਇਹ ਸਾਰੇ ਮਾਮਲੇ ਸੁਪਰੀਮ ਕੋਰਟ ਦੇ ਵਿੱਚ ਚੱਲਦੀ ਸੰਵਿਧਾਨਕ ਬੈਂਚ ਕੋਲੇ ਸੁਣਵਾਈ ਦੇ ਨਜ਼ਰੀਏ ਤੋਂ ਆ, ਅਸੈਂਬਲੀ ਦੀ ਆਪਣੀ ਗਰਿਮਾ ਦੇ ਨਜ਼ਰੀਏ ਤੋਂ ਆ, ਸਿਆਸੀ ਲੋੜਾਂ ਦੇ ਨਜ਼ਰੀਏ ਤੋਂ ਆ। ਇਹ ਸਾਰੇ ਮਾਮਲੇ ਨੂੰ ਸਮਝਣ ਦਾ ਯਤਨ ਕਰਦੇ ਆ। ਤੇ ਤੀਜਾ ਮਾਮਲਾ, ਪੰਜਾਬ ਦੇ ਵਿੱਚ NIA ਵੱਲੋਂ ਅੱਜ ਛਾਪੇ ਮਾਰੇ ਜਾਂਦੇ ਆ ਵੱਖ-ਵੱਖ ਥਾਵਾਂ ਤੇ, ਲੇਕਿਨ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਆ ਕਿ ਖਾਲਸਾ ਏਡ ਦੇ ਪਟਿਆਲਾ ਸਥਿਤ ਉਸ ਜਗ੍ਹਾ ਤੇ ਜਿੱਥੋਂ ਉਹ ਸੇਵਾ ਕਰ ਰਹੇ ਆ, ਜਿੱਥੇ ਉਹਨਾਂ ਦਾ ਸਮਾਨ ਪਿਆ, ਉਹਦਾ ਫਰੋਲਾ ਫਰਾਲੀ ਉੱਥੇ ਛਾਪਾ ਮਾਰਿਆ ਜਾਣਾ। ਇਹ ਚਰਚਾ 'ਚ ਆ ਆਖਰ ਕੋਈ ਸੇਵਾ 'ਚ ਲੱਗੇ ਲੋਕ ਕਿਉਂ ਨਿਸ਼ਾਨੇ ਤੇ ਆਏ। ਉਹ ਸੰਸਥਾ ਜਿਹੜੀ ਦੁਨੀਆ ਭਰ ਦੇ ਵਿੱਚ ਪੱਗ ਦੀ ਦਸਤਾਰ ਦੀ ਪਛਾਣ ਲਈ ਕੰਮ ਕਰਦੀ ਨਜ਼ਰ ਆਉਂਦੀ ਆ, ਨਾਨ ਸਿੱਖ ਜਿਹਨੂੰ ਫੰਡ ਦਿੰਦੇ ਨੇ, ਟਰਾਂਸਪੇਰੈਂਸੀ ਜਾਂ ਹੋਰ ਮਾਮਲੇ, ਉਹਨਾਂ ਨੇ ਭਰੋਸੇਯੋਗਤਾ ਬਣਾਈ ਆ ਕਿ ਉਹਨਾਂ ਨੂੰ ਸਪੋਰਟ ਮਿਲ ਰਹੀ ਆ। ਤੇ ਜੇਕਰ ਉਹ ਪੈਸੇ ਲਾ ਰਹੇ ਨੇ ਤਾਂ ਆਖਰ ਉਹਦੇ ਵਿੱਚ ਕਿੱਥੇ ਕੋਈ ਗਲਤੀ ਹੈ। ਮਤਲਬ ਇਹ ਲੋਕ ਸਮਝਣ ਦਾ ਯਤਨ ਕਰਨਾ ਚਾਹ ਰਹੇ ਨੇ ਕਿ ਸਾਨੂੰ ਦੱਸਿਆ ਤਾਂ ਜਾਵੇ ਕਿ ਆਖਰ NIA ਦੇ ਨਿਸ਼ਾਨੇ ਤੇ ਖਾਲਸਾ ਏਡ ਕਿਉਂ ਹੈ। ਇਹ ਸਾਰੇ ਸਵਾਲ ਲੈਂਦੇ ਆ। ਸਭ ਤੋਂ ਪਹਿਲਾਂ ਮੈਂ ਸਮਝਣਾ ਚਾਹੂੰਗਾ ਸਰਦਾਰ ਹਮੀਰ ਸਿੰਘ ਜੀ, ਅੱਜ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਜਦੋਂ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦੀ ਹੋਲੀ ਵਾਲੇ ਦਿਨ ਦੀ ਪੁਰਾਣੀ, ਕਈ ਸਾਲ ਪੁਰਾਣੀ ਫੋਟੋ ਨਸ਼ਰ ਕਰਦੇ ਆ, ਇੱਕ ਵਾਰੀ ਫਿਰ ਨਸ਼ਰ ਹੁੰਦੀ ਆ ਸਾਲਾਂ ਪੁਰਾਣੀ ਫੋਟੋ ਜਿਹਦੇ ਵਿੱਚ ਉਹਨਾਂ ਨੂੰ ਦੇਖ ਲਓ ਪੰਥਕ, ਮਤਲਬ ਉਹਨਾਂ ਦੇ ਪੰਥਕ ਚਿਹਰੇ ਨੂੰ ਮਜ਼ਾਕ ਦੇ ਰੂਪ ਵਿੱਚ ਲੈ ਕੇ ਉਹ ਫੋਟੋ ਨਾਲ ਤਸ਼ਬੀਹ ਦੇ ਕੇ ਅੱਗੇ ਤੋਰਿਆ ਜਾਂਦਾ ਹੈ। ਤਾਂ ਇਹਨੂੰ ਮਿਆਰ ਨਿਰਧਾਰਨ ਦਾ ਕਿਹੜਾ ਪਹਿਲੂ ਦੇਖੀਏ। ਤੇ ਉਸ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਭਗਵੰਤ ਮਾਨ ਨੂੰ ਪਹਿਲੀ ਵਾਰੀ ਇੰਨੀ ਜ਼ਿਆਦਾ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ, ਲੇਕਿਨ ਮਿੰਟ ਬਹੁਤੇ ਨਹੀਂ ਨਿਕਲਣ ਦਿੱਤੇ ਉਸ ਪੱਧਰ ਤੇ ਆਉਣ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ। ਇਹ ਦੋਨੇ ਪੱਧਰਾਂ ਨੇ ਇਹ ਜਚਾਤਾ ਹੈ, ਇਹ ਦਰਸਾਤਾ ਹੈ ਕਿ ਪੰਜਾਬ ਦੇ ਲੋਕਾਂ ਦੀ ਹੋਣੀ ਸਿਆਸੀ ਲੀਡਰਸ਼ਿਪ ਦੇ ਨਜ਼ਰੀਏ ਤੋਂ ਆਹੀ ਹੈ। ਕੀ ਕਹਿੰਦੇ ਹੋ? ਬਿਲਕੁਲ, ਸਾਡੇ ਸਿਆਸਤਦਾਨ ਦੀ ਮੇਰੇ ਖਿਆਲ ਦੌੜ ਲੱਗੀ ਆ। ਉਹ ਕਹਿੰਦੇ ਕਿੰਨਾ ਕੁ ਨੀਵਾਂ ਚਲੇ ਜਾਏਗਾ, ਮੈਂ ਉਦੋਂ ਨੀਵਾਂ ਜਾਣ ਲਈ ਤਿਆਰ ਹਾਂ। ਆਪਾਂ ਲੜਾਂਗੇ, ਚਾਹੇ ਟੋਆ ਪੁੱਟ ਕੇ ਲੜੀਏ, ਟੋਏ 'ਚ ਦੋਨੇ ਖੱਪ ਜਾਣ ਉਹ ਅਲੱਗ ਸਵਾਲ ਹੈ, ਪਰ ਅਪਰੋਚ ਇਸ ਲੈਵਲ ਦੀ ਹੈ। ਮਤਲਬ ਕਿਸੇ ਵੀ ਧਿਰ ਨੇ ਇੱਕ ਮਿਆਰ ਨਹੀਂ ਰੱਖਿਆ, ਮੈਂ ਇਦੋਂ ਹੇਠਾਂ ਜਾ ਕੇ ਨਹੀਂ ਲੜਨਾ, ਮੈਂ ਲੜਨਾ ਤਾਂ ਮੇਰਾ ਆਹ ਇੱਕ ਪੈਮਾਨਾ, ਇੱਕ ਮਿਆਰ ਹੈ। ਔਰ ਇਸੇ ਕਰਕੇ ਜਿਹੜੀਆਂ ਇਹ ਪੁਰਾਣੀਆਂ ਕਦੇ ਦੀਆਂ ਵੀ ਫੋਟੋਆਂ ਨੇ, ਇਦੋਂ ਪਹਿਲਾਂ ਵੀ ਤੁਸੀਂ ਦੇਖੋ ਮਨਪ੍ਰੀਤ ਦੇ ਮਾਮਲੇ ਦੇ ਵਿੱਚ ਵੀ ਇੱਕ ਦੋ ਗੱਲਾਂ ਹੋਈਆਂ ਤੇ ਮਨਪ੍ਰੀਤ ਵੀ ਨਾਲ ਕਹਿ ਰਿਹਾ ਮੈਂ ਜੇ ਕਹਿ ਨਹੀਂ ਰਿਹਾ, ਡਿੱਕੀ 'ਚ ਤੂੰ ਰੁੜਦਾ ਫਿਰਦਾ ਸੀ। ਇਹ ਵੀ ਸਾਰੇ ਉਹਦੇ ਨਾਲ ਦੀਆਂ ਚੀਜ਼ਾਂ ਨੇ ਇਹ ਇੱਕ ਦੂਜੇ ਦੀਆਂ। ਜਦ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਸੀ ਤੇ ਹੁਣ ਇੱਕ ਦੂਜੇ ਨੂੰ ਉਸ ਲੈਵਲ ਦਾ ਬਲੇਮ ਦਾ ਸਵਾਲ ਹੈ। ਹੁਣ ਤੁਸੀਂ ਅੱਜ ਭਗਵੰਤ ਮਾਨ ਨੇ ਜਿਹੜਾ ਟਵੀਟ ਜਿਹੜਾ ਆਇਆ ਸਾਹਮਣੇ ਕਿ ਜੀ ਆਹ ਬੰਦੇ ਸਿੱਖੀ ਦੀਆਂ ਗੱਲਾਂ ਕਰਦੇ ਨੇ, ਅੱਜ ਕੱਲ੍ਹ ਇਹ ਸਿੱਖਾਂ ਦੇ ਹਮਦਰਦ ਬਣਦੇ ਨੇ, ਅੱਜ ਕੱਲ੍ਹ ਇਹ ਫਲਾਨਾ ਗੱਲ ਕਰਦੇ ਨੇ। ਹੋਰ ਸਿੱਖੀ ਦੀਆਂ ਗੱਲਾਂ ਤੁਸੀਂ ਕੀ ਕਰਦੇ ਹੋ? ਸਿੱਖੀ ਦੀਆਂ ਗੱਲਾਂ ਜਾਂ ਕੋਈ ਹੋਰ ਕਿਹੜਾ ਕਰਦਾ? ਜਾਂ ਤੁਸੀਂ ਕਹੋ ਕਿ ਸਿੱਖੀ ਦੀਆਂ ਆਹ ਗੱਲਾਂ ਨੇ, ਆਹ ਸਿੱਖੀ ਦੇ ਮੁੱਦੇ ਨੇ, ਆਹ ਇੱਕ ਮਿਆਰ ਹੈ, ਮੈਂ ਉਹਨੂੰ ਫੋਲੋ ਕਰਦਾ, ਮੈਂ ਫਲਾਣੇ ਬੰਦਿਆਂ ਨੂੰ ਟੋਕ ਕਰਦਾ, ਮੈਂ ਫਲਾਣੀ ਲਾਈਨ ਦੇ ਮੁਤਾਬਕ ਚੱਲ ਰਿਹਾ। ਕੀ ਤੁਸੀਂ ਜਿੰਨੇ ਸਿੱਖੀ ਦੇ ਓਵਰਆਲ ਮੁੱਦੇ ਨੇ ਬੇਸਿਕਲੀ
ਸਿੱਖ ਪਛਾਣ ਦਾ ਮੁੱਦਾ ਹੈ, ਕੈਲੰਡਰ ਦਾ ਮੁੱਦਾ ਹੈ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ, ਸਿੱਖ ਬੰਦੀ ਸਿੰਘਾਂ ਦੇ ਛੱਡਣ ਦਾ ਮੁੱਦਾ ਹੈ। ਬਾਕੀ ਦੇ ਨੇ ਫਿਰ ਕੌਣ ਕਰੂਗਾ? ਜਿਹੜੇ ਬੈਠੇ ਨੇ ਉਹਨਾਂ ਨੂੰ ਕਹਿ ਲਓ, ਜਿਹੜੇ ਧਰਨਾ ਧੁਰਨਾ ਦੇ ਕੇ ਬੈਠੇ ਨੇ ਉਹਨਾਂ ਨੂੰ ਬੁਲਾ ਕੇ ਹੱਲ ਕਰ ਲਓ, ਕੁਛ ਤਾਂ ਹੱਲ ਕਰ ਲਓ ਨਾ, ਜੇ ਐਡਾ ਕੇ ਸੀਰੀਅਸ ਹੈ। ਜਾਂ ਸਿੱਖੀ ਤੇ ਸਿੱਖੀ ਦੀ ਪਛਾਣ ਤੇ ਮੁੱਦੇ ਤੁਸੀਂ ਇੱਕ ਦੂਜੇ ਦਾ ਮਜ਼ਾਕ ਬਣਾ ਕੇ ਉਹਨਾਂ ਮੁੱਦਿਆਂ ਦਾ ਮਜ਼ਾਕ ਬਣਾ ਰਹੇ ਹੋ। ਅਸਲ ਦੇ ਵਿੱਚ ਤਾਂ ਜਿਹੜੇ ਇਸ਼ੂ ਨੇ, ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਇਹ ਤਾਂ ਸਾਡੇ ਕਿਤੇ ਜੈਨ ਚ ਨਹੀਂ, ਅਸੀਂ ਤਾਂ ਲੜਾਈ ਲੜ ਰਹੇ ਹਾਂ, ਤੁਸੀਂ ਦੇਖਦੇ ਰਹੋ ਜੋ ਅਸੀਂ ਕਰ ਰਹੇ ਹਾਂ। ਉਹੀ ਗੱਲ ਫਿਰ ਸੁਖਬੀਰ ਬਾਦਲ ਤੇ ਬਾਕੀ ਦੇ ਧਿਰਾਂ ਕਰ ਰਹੀਆਂ ਨੇ। ਉਹ ਇੱਕ ਜਗ੍ਹਾ ਦਿਖਾ ਦਿਓ ਪੁਰਾਣੀ ਭਗਵੰਤ ਮਾਨ ਦੀ ਫੋਟੋ, ਪਲੇਟਾਂ ਚ ਚੱਕ ਚੱਕ ਕੇ ਇੱਧਰ ਉੱਧਰ ਲਿਖਾਈ ਜਾਓ, ਜੋ ਮਰਜ਼ੀ ਕਰੀ ਜਾਓ, ਨਾਲ ਗੀਤ ਚਲਾ ਦਿਓ, ਤੇ ਜਿਹੜਾ ਗੀਤ ਥੋੜਾ ਜਿਹਾ ਜ਼ਿਆਦਾ ਹੀ ਸਮਾਜ ਸੁਧਾਰਕ ਹੈ ਤੇ ਨਾਲ ਉਹਦੇ ਪੈਰਲਲ ਫੋਟੋ ਤੋਂ ਉਲਟ ਦੇ ਦਿਓ। ਅੱਜ ਕੱਲ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਕਰ ਲਓ, ਇਹ ਚੱਕ ਚੁੱਕ ਕੇ ਜੋ ਵੀ ਚੀਜ਼ਾਂ ਨੇ 2 ਮਿੰਟ ਦੇ ਕੰਮ ਨੇ। ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਕੀ ਪੰਜਾਬ ਐਡਾ ਨਾਨ ਸੀਰੀਅਸ ਹੋ ਗਿਆ, ਐਡਾ ਗੈਰ ਗੰਭੀਰ ਹੋ ਗਿਆ, ਜਾਂ ਸਾਡਾ ਲੀਡਰਸ਼ਿਪ ਇਹ ਸਮਝਣ ਲੱਗੀ ਹੈ ਕਿ ਮੈਂ ਜੋ ਵੀ ਕਹੂੰਗਾ ਮੈਨੂੰ ਕੋਈ ਚੈਲੰਜ ਨਹੀਂ ਹੈ। ਮੈਂ ਹੁਣ ਉਹ ਜਿਹੜਾ ਇੱਕ ਪਹਿਲਾਂ ਕਹਿੰਦਾ ਸੀ ਹੁੰਦੇ ਸੀ ਪੁਰਾਣੇ ਜ਼ਮਾਨੇ ਚ ਕਿ ਅਸਮੇਤ ਜੱਗ ਦਾ ਘੋੜਾ ਛੱਡਿਆ ਹੋਇਆ, ਇਹਨੂੰ ਕੋਈ ਨਹੀਂ ਫੜ ਸਕੂਗਾ, ਜਿਹੜਾ ਨਹੀਂ ਫੜ ਸਕੂਗਾ, ਜਿੱਥੇ ਤੱਕ ਉਹ ਭੱਜ ਗਿਆ ਉਹ ਮੇਰਾ ਹੀ ਮੇਰਾ। ਹੁਣ ਤੱਕ ਤੁਹਾਨੂੰ ਭੁਲੇਖਾ ਪੈ ਗਿਆ ਮੇਰੇ ਖਿਆਲ ਸਾਰਿਆਂ ਨੂੰ, ਭਗਵੰਤ ਮਾਨ ਨੂੰ ਇਹ ਭੁਲੇਖਾ ਪੈ ਗਿਆ ਕਿ ਆਪਾਂ ਤਾਂ ਪਤਾ ਨਹੀਂ ਕਿੰਨੇ ਸਾਲ ਆ ਇੱਥੇ। ਪਹਿਲਾਂ ਸੁਖਬੀਰ ਬਾਦਲ ਨੂੰ 25 ਸਾਲ ਦਾ ਪਿਆ ਸੀ, ਆਪਾਂ 25 ਸਾਲ ਇੱਥੇ ਹੀ ਆ। ਭਗਵੰਤ ਮਾਨ ਨੂੰ ਉਦੋਂ ਵੀ ਜ਼ਿਆਦਾ ਪਿਆ ਲੱਗਦਾ, ਥੋੜਾ ਜਿਹਾ ਮੈਨੂੰ ਲੱਗਦਾ ਵੀ ਸ਼ਾਇਦ ਜ਼ਿਆਦਾ ਹੀ ਪੈ ਗਿਆ। ਤੇ ਉਹ ਇਹ ਜਿਹੜੀ ਭੁਲੇਖੇਬਾਜ਼ੀ ਹੁੰਦੀ ਹੈ, ਬਿਲਕੁਲ ਠੀਕ ਕਹਿੰਦੇ ਨੇ। ਖੈਰ ਸਾਡਾ ਤਜਰਬਾ ਨਹੀਂ ਹੋਇਆ, ਪਤਾ ਨਹੀਂ ਹੁਣ ਸਾਰੇ ਲੋਕ ਇਹੀ ਕਹਿੰਦੇ ਹੁਣ ਤਜਰਬਾ ਇਸ ਕਰਕੇ ਨਹੀਂ। ਉਹ ਲੋਕ ਕਹਿੰਦੇ ਨੇ ਪਾਵਰ ਜਿਹੜੀ ਹੈ ਉਹ ਐਬਸੋਲਿਊਟ ਕਰਪਟ ਕਰ ਦਿੰਦੀ ਹੈ ਬੰਦੇ। ਇਹ ਮਾਈਂਡ ਦੀ ਐਬਸੋਲਿਊਟ ਕਰਪਸ਼ਨ ਹੈ ਇੱਕ ਟਾਈਪ ਦੀ। ਮੈਨੂੰ ਲੱਗਦਾ ਪੈਸਿਆਂ ਦਾ ਲੈਣ ਦੇਣ ਇਕੱਲਾ ਕਰਪਸ਼ਨ ਨਹੀਂ ਹੁੰਦਾ, ਜਦੋਂ ਤੁਹਾਡਾ ਦਿਮਾਗ ਪੋਲਿਊਟ ਹੋ ਜਾਂਦਾ ਹੈ, ਜਦੋਂ ਉਹ ਸੋਚਣਾ ਬੰਦ ਕਰ ਦਿੰਦਾ, ਠੀਕ ਤੇ ਗਲਤ ਦੀ ਤਮੀਜ਼ ਬੰਦ ਕਰ ਜਾਂਦਾ, ਤਾਂ ਏਡੂ ਵੱਡੀ ਕਰਪਸ਼ਨ ਮਾਈਂਡ ਦੀ ਮਨੋਵਿਗਿਆਨਕ ਤੌਰ ਤੇ ਸੋਚ ਦੇ ਵਿੱਚ ਕਰਪਟ ਹੋ ਜਾਣਾ, ਸੋਚ ਦਾ, ਇਹ ਸਭ ਤੋਂ ਖਤਰਨਾਕ ਹੁੰਦਾ। ਪੈਸੇ ਦੀ ਗਰੀਬੀ ਇੱਧਰੋਂ ਉੱਧਰੋਂ ਠੀਕ ਕੀਤੀ ਜਾ ਸਕਦੀ ਹੈ, ਪਰ ਦਿਮਾਗ ਦੀ ਗਰੀਬੀ ਛੇਤੀ ਨਹੀਂ ਠੀਕ ਕੀਤੀ ਜਾ ਸਕਦੀ। ਇਹ ਬੌਧਿਕ ਕੰਗਾਲੀ ਦਾ ਸਿਖਰ ਵੱਲ ਵੱਧ ਰਿਹਾ ਸੀ। ਜਦੋਂ ਬੌਧਿਕ ਕੰਗਾਲੀ ਦੇ ਸਿਖਰ ਵੱਲ ਪੰਜਾਬ ਵੱਧ ਰਿਹਾ ਹੈ ਤਾਂ ਤੁਸੀਂ ਕਹੋ ਰਾਤ ਨੂੰ ਦਿਨ ਤੇ ਦਿਨ ਵੀ ਤੁਹਾਨੂੰ ਲੱਗਣ ਲੱਗ ਜਾਏਗਾ। ਤੁਸੀਂ ਕਹਿਣਾ ਹੀ ਹੈ ਨਾ, ਕਹਿਣ ਨਾਲ ਕੀ ਹਰਜ ਹੈ, ਨਾ ਕਿਸੇ ਨੂੰ ਜਵਾਬਦੇਹੀ, ਨਾ ਕਿਸੇ ਦੀ ਕੋਈ ਗੱਲ। ਔਰ ਇਹ ਜਿਹੜੇ ਇੱਕ ਪੈਟਰਨ ਚੱਲ ਰਹੇ ਨੇ, ਤੇ ਕੋਈ ਪਾਰਟੀ ਵੀ ਸੋਬਰਟੀ ਨਹੀਂ ਦਿਖਾ ਰਹੀ ਜਦੋਂ ਸਭ ਦੇ ਸਾਹਮਣੇ ਹੈਗਾ। ਔਰ ਤੁਸੀਂ ਸ਼ਾਇਦ ਇਹੋ ਜਿਹੀ ਲੜਾਈ ਲੜ ਰਹੇ ਹੋ ਜਿਹੜੀ ਉਹ ਲੜਾਈ ਹੁੰਦੀ ਹੈ ਨਾ ਦੁਸ਼ਮਣਾਂ ਦੇ ਵਿੱਚ। ਅਸੀਂ ਇੱਕ ਮੁਹਾਵਰਾ ਸਿਰਜਿਆ ਹੋਇਆ ਨਾ ਸਾਰਿਆਂ ਨੇ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ। ਇੱਕ ਸਾਡੇ ਪੰਜਾਬੀ ਚ ਆਮ ਲੋਕ ਕਹਿੰਦੇ ਨੇ, ਪਰ ਅੱਜ ਦੀ ਦੁਨੀਆ 'ਚ ਸਭ ਕੁਝ ਜਾਇਜ਼ ਨਹੀਂ ਹੈ। ਦੋਨੇ ਮਾਮਲਿਆਂ ਦੇ ਵਿੱਚ ਜੰਗਾਂ 'ਚ ਵੀ ਅਧਿਕਾਰ ਹੋ ਗਏ ਨੇ ਲੋਕਾਂ ਦੇ, ਜੰਗੀ ਕੈਦੀਆਂ ਦੇ ਆਪਣੇ ਅਧਿਕਾਰ ਹੋ ਗਏ ਨੇ, ਤੇ ਉਹ ਵੀ ਜੇ ਨਹੀਂ ਦਿੰਦਾ ਕੋਈ, ਉੱਥੇ ਵੀ ਇਹ ਗੱਲ ਹੁੰਦੀ ਹੈ। ਔਰ ਤੁਸੀਂ ਸਿਵਲੀਅਨ ਤੇ ਬੰਬ ਨਹੀਂ ਸਿੱਟ ਸਕਦੇ ਹੁੰਦੇ, ਉੱਥੇ ਵੀ ਉਹਦਾ ਵੀ ਇੱਕ ਦਾਇਰਾ ਹੈ। ਜਿਹੜਾ ਸਿੱਟਦਾ ਤੇ ਉਹਦੇ ਖਿਲਾਫ ਹੋ ਜਾਂਦੇ ਨੇ ਲੋਕ ਕਿ ਮੈਂ ਨਹੀਂ ਛੱਡਦਾ ਦੂਜੇ ਨੂੰ ਇਹ ਗੱਲ। ਇਸ ਲਈ ਉਹ ਮੁਹਾਵਰੇ ਬਦਲ ਕੇ ਜਿਹੜੇ ਪੁਰਾਣੇ ਨੇ ਕਿ ਸਭ ਕੁਝ ਜਾਇਜ਼ ਹੋ ਰਿਹਾ ਹੈ, ਤੁਸੀਂ ਉਹਨੂੰ ਉਲਟ ਦਿਸ਼ਾ ਵੱਲ ਜਾ ਰਹੇ ਹੋ, ਉਹਨੂੰ ਜਾਇਜ਼ ਠਹਿਰਾ ਰਹੇ ਹੋ। ਕਿ ਸਿਆਸਤ 'ਚ, ਸਿਆਸੀ ਵਿਰੋਧੀਆਂ 'ਚ ਇੱਕ ਅਸੀਂ ਮੁਹਾਵਰਾ ਇਹ ਬਣਾਤਾ ਕਿ ਸਿਆਸਤ ਦੇ ਵਿੱਚ ਨਾ ਕੋਈ ਪੱਕਾ ਦੋਸਤ, ਨਾ ਕੋਈ ਪੱਕਾ ਦੁਸ਼ਮਣ। ਇਹ ਬਣਾਏ ਕਿਹਨਾਂ ਨੇ ਮੁਹਾਵਰੇ? ਇਹ ਬਣਾਏ ਉਹਨਾਂ ਲੋਕਾਂ ਨੇ ਮੁਹਾਵਰੇ ਜੋ ਸਾਨੂੰ ਗੱਲ ਸੂਟ ਕਰਦੀ ਆ, ਉਹ ਜਿਹਾ ਮੁਹਾਵਰਾ ਬਣਾ ਦਿਓ, ਉਹਦਾ ਨੈਰੇਟਿਵ ਸਿਰਜ ਦਿਓ, ਤਾਂ ਕਿ ਸਾਹਮਣੇ ਵਾਲੇ ਬੰਦੇ ਦੇ ਦਿਮਾਗ ਦੇ ਵਿੱਚ ਸਵਾਲ ਪੈਦਾ ਹੋਣਾ ਬੰਦ ਹੋ ਜੇ, ਉਹ ਉਹਨੂੰ ਮੰਨ ਲੇ ਕਿਸੇ ਨਾ ਕਿਸੇ ਟਾਈਪ ਦੀ ਉਸੇ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਕਹਿੰਦੇ ਨੇ ਲੋਕਾਂ ਦੇ ਦਿਮਾਗ ਵੀ ਇੱਥੇ ਚਲੇ ਗਏ ਨੇ ਕਾਫੀ ਹੱਦ ਤੱਕ। ਔਰ ਜਿਵੇਂ ਪਹਿਲਾਂ ਤਾਂ ਹੁੰਦਾ ਕਿ ਕੋਈ ਕਾਂਡ ਵਾਪਰਦਾ ਲੋਕ ਕਹਿੰਦੇ ਨੇ ਮਾੜਾ ਹੈ, ਫਿਰ ਕਹਿੰਦੇ ਨੇ ਵੀ ਚਲੋ ਜੀ ਦੇਖਿਆ, ਫਿਰ ਧੁੰਦਲਾ ਜਿਹਾ ਆ ਜਾਂਦਾ ਸਾਹਮਣੇ ਵੀ ਅੱਛਾ ਐਵੇਂ ਹੀ ਹੈ। ਫਿਰ ਉਹ ਕਹਿੰਦੇ ਇੱਥੇ ਤਾਂ ਸਭ ਕੁਝ ਆਈ ਹੁੰਦਾ ਹੈ, ਐਵੇਂ ਹੀ ਚੱਲਦਾ ਹੈ, ਐਵੇਂ ਹੀ ਚੱਲੂਗਾ, ਤੇ ਤੁਸੀਂ ਪੈਸਿਵ ਲਾਈਫ ਜਿਉਣਾ ਸ਼ੁਰੂ ਕਰ ਦਿੰਦੇ ਹੋ ਉਸ ਪੱਧਰ ਦੀ। ਉਹ ਲਾਈਫ ਦੇ ਵੱਲ ਨੂੰ ਲਿਜਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਇੱਕ ਚੰਗੀ ਗੱਲ ਇਹ ਹੈ ਜਿਹੜੇ ਲੋਕ ਹੇਠਾਂ ਲਿਖ ਰਹੇ ਨੇ ਇਹਨਾਂ ਦੇ, ਘੱਟੋ ਘੱਟ ਲੋਕਾਂ ਨੇ ਜ਼ਰੂਰ ਦੱਸਿਆ ਵੀ ਅਜੇ ਅਸੀਂ ਉਹਨੇ ਨੀਵੇਂ ਤਾਂ ਨਹੀਂ ਆਏ, ਸਾਡੇ ਅੰਦਰ ਉਨੀ ਕੰਗਾਲੀ ਨਹੀਂ ਆਈ ਬੁੱਧੀ ਦੀ ਜਿੰਨੀ ਤੁਸੀਂ ਭਾਲਦੇ ਹੋ। ਚਾਹੇ ਲੀਡਰਸ਼ਿਪ ਤੁਹਾਨੂੰ ਇਹੀ ਮਿਲੀ ਆ, ਪਰ ਉਹ ਇਹਨੂੰ ਨੈਗੇਟਿਵ ਕਹਿ ਰਹੇ ਨੇ, ਜ਼ਿਆਦਾਤਰ ਉਹ ਕਹਿ ਰਹੇ ਨੇ ਵੀ ਇਹ ਕੀ ਖੇਡ ਖੇਡ ਰਹੇ ਹੋ ਤੁਸੀਂ, ਘੱਟੋ ਘੱਟ ਸੀਰੀਅਸ ਹੋਵੋ। ਜਿੰਨਾ ਸੀਰੀਅਸ ਕ੍ਰਾਈਸਿਸ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ, ਲੋਕ ਗੁਜ਼ਰ ਰਹੇ ਨੇ, ਉਹਨਾਂ ਵੱਲ ਨੂੰ ਦੇਖੋ। ਲੋਕ ਨਸ਼ੇ ਦੀ ਲੱਤ 'ਚ ਮਰ ਰਹੇ ਨੇ, ਆਏ ਦਿਨ ਲੋਕ ਅੱਜ ਵੀ ਇੱਕ ਛਪੀ ਹੈ ਓਵਰਡੋਜ਼ ਨਾਲ ਮਰਨ ਵਾਲੇ ਬੰਦਿਆਂ ਦੀ, ਲੋਕ ਖੁਦਕਸ਼ੀ ਕਰਕੇ ਮਰ ਰਹੇ ਨੇ। ਲੋਕ ਹੜ੍ਹ ਤੋਂ ਪ੍ਰਭਾਵਿਤ ਨੇ, ਜਿੱਥੇ ਤੁਸੀਂ ਕਹਿੰਦੇ ਹੋ ਪੰਜੀ ਬੱਕਰੀ ਨੂੰ ਵੀ, ਮੁਰਗੀ ਨੂੰ ਵੀ, ਫਲਾਨੀ ਨੂੰ ਵੀ ਦੇਵਾਂਗਾ,
ਉਹੋ ਜਿਹੀਆਂ ਫੋਟੋਆਂ ਲਿਆਓ ਕੋਈ ਚੱਕ ਕੇ, ਘੱਟੋ ਘੱਟ ਜਿੱਥੇ ਕੋਈ ਦਿੱਤਾ ਹੋਵੇ, ਲਿਆ ਹੋਵੇ, ਕੁਛ ਨਾ ਕੁਛ ਚੀਜ਼ਾਂ ਉਸ ਲੈਵਲ ਦੀਆਂ ਕਰੋ। ਤੇ ਅਕਾਲੀ ਦਲ ਵੀ ਜਾ ਕੇ ਫੋਟੋਆਂ ਖਿਚਾਇਆ ਆ, ਪ੍ਰਧਾਨ ਜੀ ਜਾ ਕੇ ਸਾਰੇ ਕਿਤੇ। ਔਰ ਤੁਸੀਂ ਵੀ ਕੋਈ ਹੋਰ ਕੰਮ ਕਰ ਲਓ, ਬਹੁਤ ਹੈ ਸੇਵਾ ਸਿੱਖੀ ਚ। ਜੇ ਸਿੱਖੀ ਦੀ ਪਾਰਟੀ ਦੀ ਰਿਪਰੈਜ਼ੈਂਟੇਸ਼ਨ ਕਰਦੇ ਹੋ ਤਾਂ ਸੇਵਾ ਵਾਲੇ ਪਾਸੇ ਚਲੇ ਜਾਓ, ਇੱਧਰ ਪਿੱਠ ਕਰ ਲਓ, ਆਪਣਾ ਰਚਨਾਤਮਕ ਕੰਮ ਕਰੋ ਕਿਸੇ ਨਾ ਕਿਸੇ ਰੂਪ ਦਾ। ਜੇ ਇਹ ਨਹੀਂ ਕਰਨਾ, ਇੱਕੋ ਰੱਸੇ ਬੰਨਣਾ ਹੈ, ਇੱਕੋ ਜੇ ਬਣਨਾ ਹੈ, ਸਭ ਨੇ ਲਿਬੜਨਾ ਹੈ, ਤਾਂ ਲਿਬੜਦੇ ਰਹੋ, ਫਿਰ ਤੁਹਾਡੇ ਕੋਲੋਂ ਉਮੀਦ ਕੋਈ ਨਹੀਂ ਹੈ ਕਿਸੇ ਕੋਲ। ਸਰਦਾਰ ਜਗਤਾਰ ਸਿੰਘ ਜੀ, ਜਦੋਂ ਦਾ ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ ਦੇ ਨਜ਼ਰੀਏ ਤੋਂ ਪੋਲਿਟਿਕਸ ਵਿੱਚ ਗੱਲ ਅੱਗੇ ਤੋਰੀ ਆ, ਉਹ ਪੰਥਕ ਮਾਮਲਿਆਂ ਨੂੰ, ਸਿੱਖ ਮਾਮਲਿਆਂ ਨੂੰ ਐਡਰੈਸ ਕਰਦੇ ਨਜ਼ਰ ਆ ਰਹੇ ਆ। ਹੁਣ ਮੈਂ ਤਾਂ, ਮੇਰੀ ਹੈਜੀਟੇਸ਼ਨ ਤਾਂ ਰਹਿੰਦੀ ਆ, ਮੇਰੀ ਝਿਜਕ ਰਹਿੰਦੀ ਆ ਕਿ ਮੈਂ ਗੱਲ ਨਾ ਕਰਾਂ, ਕਿਉਂਕਿ ਮੇਰਾ ਆਪਣਾ ਰੂਪ ਸਰੂਪ ਜਿਹੜਾ ਮੈਨੂੰ ਆਗਿਆ ਨਹੀਂ ਦਿੰਦਾ ਕਿ ਮੈਂ ਪੰਥ ਦਾ ਜ਼ਿਕਰ ਕਰਾਂ, ਕਿਉਂਕਿ ਮੇਰੀ ਆਪਣੀ ਜਿਹੜੀ ਮੇਰੀ ਪਛਾਣ ਹੈ ਸ਼ਾਇਦ ਉਸ ਹਾਣ ਦੀ ਨਹੀਂ ਹੈ। ਮੁੱਖ ਮੰਤਰੀ ਸਾਹਿਬ ਜਦੋਂ ਸਿੱਖ ਮਾਮਲਿਆਂ ਦੀ ਗੱਲ ਕਰਦੇ ਨੇ ਨਾ, ਤਾਂ ਜਾਂ ਤਾਂ ਉਹਦੇ ਵਿੱਚ ਉਨੀ ਡੈਫਥ ਹੋਣੀ ਚਾਹੀਦੀ ਹੈ। ਜੇਕਰ ਸਿਰਫ ਸੁਖਬੀਰ ਬਾਦਲ ਨੂੰ ਕਟਹਿਰੇ 'ਚ ਖੜਾ ਕਰਨਾ ਹੈ ਤਾਂ ਉਹ ਤਾਂ ਆਸਾਨ ਹੈ, ਬਹੁਤ ਹੀ ਆਸਾਨ ਹੈ, ਕਿਉਂਕਿ ਸਾਰੀ ਦੁਨੀਆ ਨੇ, ਇਹ ਲੋਕ ਪਰਸੈਪਸ਼ਨ ਬਣੀ ਆ ਕਿ ਤੁਸੀਂ ਪੰਥਕ ਨਹੀਂ ਰਹੇ। ਇਹ ਕਟਹਿਰੇ 'ਚ ਖੜੇ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਸੀ, ਪਰ ਜੋ ਉਹ ਕਰ ਰਹੇ ਨੇ, ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਮਾਮਲੇ, ਸਿੱਖ ਮਾਨਸਿਕਤਾ, ਸਿੱਖੀ ਸੰਦਰਭ ਸਾਰਾ ਹੀ ਪ੍ਰਭਾਵਿਤ ਹੋ ਰਿਹਾ। ਜੇ ਇਹਦੇ ਤੇ ਕਿਤੇ ਸੀਰੀਅਸ ਡਿਬੇਟ ਚੱਲ ਪਈ ਇਹਨਾਂ ਮਾਮਲਿਆਂ ਦੇ ਉੱਤੇ, ਗੁਰਦੁਆਰਾ ਐਕਟ ਵਿੱਚ ਤਰਮੀਮ ਨੂੰ ਲੈ ਕੇ, ਪੰਥਕ ਮਾਮਲਿਆਂ ਦੇ ਵਿੱਚ ਟੰਗ ਅੜਾਉਣ ਨੂੰ ਲੈ ਕੇ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ। ਸਿਆਣੇ ਇਹ ਗੱਲ ਕਹਿੰਦੇ ਨੇ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਜਿਹੜੀ ਗੱਲ ਅੱਜ ਇੱਕ ਗੈਰ ਜ਼ਿੰਮੇਦਾਰਾਨਾ ਤਰੀਕੇ ਨਾਲ ਮੁੱਖ ਮੰਤਰੀ ਨੇ ਤੋਰ ਲਈ, ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਕਿਹੜੇ ਸਲਾਹਕਾਰ ਨੇ ਉਹਨਾਂ ਨੂੰ ਐਸੀ ਸਲਾਹ ਦਿੱਤੀ, ਜਾਂ ਮੁੱਖ ਮੰਤਰੀ ਸਾਹਿਬ ਦੇ ਜੇ ਬ੍ਰੇਨ ਦੀ ਆਪਣੀ ਕਾਰਡ ਆ ਤੇ ਉਹਨਾਂ ਨੇ ਕਿਸੇ ਨਾਲ ਕੋਈ ਹਰਫ ਸਾਂਝਾ ਕਰਕੇ, ਜਿਹਦੇ ਨਾਲ ਵੀ ਕੀਤਾ ਉਹਨਾਂ ਨੇ, ਜੇ ਉਹਨੇ ਵੀ ਇਹਦੀ ਹਾਮੀ ਭਰੀ ਆ ਤੇ ਉਹਨਾਂ ਦਾ ਸੱਜਣ ਨਹੀਂ, ਉਹਨਾਂ ਦਾ ਦੁਸ਼ਮਣ ਹੈ। ਇਸ ਲੀ ਦੇ ਉੱਤੇ ਅੱਜ ਤੱਕ ਜਿੰਨੇ ਵੀ ਸੱਤਾ ਨੇ ਸਿੱਖ ਮਾਮਲਿਆਂ 'ਚ ਦਖਲ ਦੇਣ ਦਾ ਯਤਨ ਕੀਤਾ, ਪੈਰ ਰੱਖਣ ਦਾ ਯਤਨ ਕੀਤਾ, ਉਹਨੂੰ ਸੇਕ ਲੱਗਿਆ। ਸੋ ਇਹ ਮਾਮਲਾ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਇਹ ਮੁੱਖ ਮੰਤਰੀ ਦਾ ਤੌਰ ਤਰੀਕਾ ਕਿੰਨਾ ਕੁ ਜਾਇਜ਼ ਹੈ, ਇਹਦੇ 'ਚ ਉਹਨਾਂ ਨੂੰ ਕਿੰਨੀ ਕੁ ਸ਼ੋਹਰਤ, ਕਿੰਨੀ ਕੁ ਵੋਟ, ਕਿੰਨੀ ਕੁ ਤਾਕਤ ਮਿਲ ਸਕਦੀ ਹੈ। ਤੇ ਦੂਜੇ ਬੰਨੇ ਜਦੋਂ ਮੁੱਖ ਮੰਤਰੀ ਆਪ ਹੀ ਕਟਹਿਰੇ 'ਚ ਆ ਗਏ ਸੀ, ਉਦੋਂ ਸੁਖਬੀਰ ਸਿੰਘ ਬਾਦਲ ਨੇ ਉਸ ਤੋਂ ਵੱਡੀ ਛਾਲ ਮਾਰ ਕੇ ਉਸ ਤੋਂ 2 ਕਦਮ ਪਿਛਾਂਹ ਹੋਰ ਨਿਵਾਣਾ ਵੱਲ ਆਪਣਾ ਸਫ਼ਰ ਤੈਅ ਕਰ ਲਿਆ। ਇਹਨੂੰ ਦੋਨਾਂ ਚੀਜ਼ਾਂ ਨੂੰ ਅੱਗੇ ਵਧਾਇਆ। ਪਿਛਲੇ 50 ਸਾਲ ਦੇ ਵਿੱਚ ਮੈਂ ਸਿਆਸਤ ਦੇ ਵਿੱਚ ਇੰਨੀ ਵੱਡੀ ਗਿਰਾਵਟ ਨਹੀਂ ਦੇਖੀ ਜਿੰਨੀ ਅੱਜ ਦੇਖੀ ਹੈ। ਇਹ ਅਨਫੋਰਚੂਨੇਟ ਹੈ ਕਿ ਇਹ ਪੰਜਾਬ ਇਹੀ ਕੁਛ ਡਿਜ਼ਰਵ ਕਰਦਾ ਹੈ ਕਿ ਪੰਜਾਬ ਦੇ ਸਾਰੇ ਬਾਕੀ ਇਸ਼ੂਜ਼ ਖਤਮ ਹੋ ਗਏ। ਇਹ ਨਹੀਂ ਕਿ ਪੰਜਾਬ ਦੇ ਵਿੱਚ ਸਿਆਸੀ ਲੜਾਈਆਂ ਪਹਿਲਾਂ ਨਹੀਂ ਹੋਈਆਂ, ਲਗਾਤਾਰ ਹੋਈਆਂ। ਪ੍ਰਤਾਪ ਸਿੰਘ ਕੈਰੋਂ ਵਰਸਸ ਅਕਾਲੀ ਦਲ, ਆਪਾਂ ਇੰਨਾ ਪਿੱਛੇ ਨਾ ਜਾਈਏ। ਮੈਂ ਸਰਦਾਰ ਬਿਆਨ ਸਿੰਘ ਜਦੋਂ ਮੁੱਖ ਮੰਤਰੀ ਬਣੇ, ਉਹਨਾਂ ਨੇ ਧਾਰ ਲਿਆ ਸੀਗਾ ਕਿ ਮੈਂ ਅਕਾਲੀਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦੇਣਾ। ਸਿਆਸੀ ਲੜਾਈ ਸੀ ਇੱਕ ਦੂਜੇ ਦੇ ਨਾਲ, ਤੇ ਉਹਨਾਂ ਨੇ ਪਹਿਲੇ ਕਾਨਫਰੰਸ ਕੀਤੀ ਟੌੜਾ ਪਿੰਡ ਦੇ ਵਿੱਚ। ਸਾਰੇ ਪਿੰਡ ਨੇ ਕਾਲੇ ਝੰਡੇ ਆਪਣੇ ਘਰਾਂ ਤੇ ਲਾ ਲਏ ਤੇ ਕਿਸੇ ਨੂੰ ਪਾਣੀ ਦਾ ਗਲਾਸ ਵੀ ਨਹੀਂ ਪਿਆ, ਜਦਕਿ ਪੰਜਾਬੀ ਤਹਿਰੀਕ ਦੇ ਖਿਲਾਫ ਹੈ। ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ ਵੀ ਤੁਹਾਡੇ ਇੱਥੇ ਤਾਂ ਪਾਣੀ ਵੀ ਪਿੰਡ ਦੇ ਵਿੱਚ ਹੈ ਨਹੀਂ। ਲੜਾਈ ਦੀ ਲੈਵਲ ਇਸ ਤਰ੍ਹਾਂ ਸੀ, ਕੰਫਰਟੇਸ਼ਨ, ਇਹ ਸਿਆਸੀ ਲੜਾਈ ਦਾ ਰੂਪ ਸੀਗਾ। ਪਿੰਡ ਬਾਦਲ ਦੇ ਵਿੱਚ ਵੀ ਉਹਨਾਂ ਨੇ ਕਾਨਫਰੰਸ ਕੀਤੀ, ਉੱਥੇ ਇਹ ਮਾਹੌਲ ਨਹੀਂ ਸੀ, ਉੱਥੇ ਮਾਹੌਲ ਵੱਖਰਾ ਸੀ। ਚਲੋ ਆਪਾਂ ਉਹਦੇ ਵਿੱਚ ਨਹੀਂ ਪੈਂਦੇ, ਲੇਕਿਨ ਲੜਾਈ ਲਗਾਤਾਰ ਹੋਈ। ਉਹਨਾਂ ਨੇ ਅਕਾਲੀਆਂ ਨੂੰ ਕਾਨਫਰੰਸ ਵੀ ਕਰ ਦਿੱਤੀ, ਘਰੋਂ ਬਾਹਰ ਨਿਕਲਣ ਵੀ ਨਹੀਂ ਦਿੱਤਾ, ਲੇਕਿਨ ਪੱਧਰ ਇਹ ਨਹੀਂ ਸੀਗਾ, ਉਹ ਸਿਆਸੀ ਲੈਵਲ ਸੀਗਾ ਲਗਾਤਾਰ। ਲੇਕਿਨ ਜਿਹੜਾ ਇਹ ਫਿਰ 2002 ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਗਿਰਾਵਟ ਦੇਖੀ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਐਕਟਿਵ ਹੋਏ ਅਗੇਂਸਟ ਅਕਾਲੀ ਦਲ। ਉਦੋਂ ਵੀ ਜਿਹੜੀ ਲੈਂਗੁਏਜ ਵਰਤੀ ਗਈ ਉਹਦਾ ਲੈਵਲ ਵੀ ਬਹੁਤ ਲੋ ਸੀ। ਜਦੋਂ 2002 ਤੋਂ ਬਾਅਦ ਸਰਕਾਰ ਬਣ ਗਈ ਤੇ ਅਸੈਂਬਲੀ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਤੂੰ ਕਹਿ ਕੇ ਐਡਰੈਸ ਕੀਤਾ, ਉਹ ਵੀ ਗਿਰਾਵਟ ਦੀ ਪਹਿਲੀ ਨਿਸ਼ਾਨੀ ਸੀਗੀ। ਉੱਥੋਂ ਇਹ ਪ੍ਰੋਸੈਸ ਸ਼ੁਰੂ ਹੁੰਦਾ ਹੈ, ਇਹ ਨਵਾਂ ਨਹੀਂ ਹੈ। ਲੇਕਿਨ ਹੁਣ ਇਹ ਕੰਪੀਟੀਸ਼ਨ ਇੰਨਾ ਵੱਧ ਗਿਆ ਕਿ ਅੱਜ ਬਿਲਕੁਲ ਇਹ ਦੋਵੇਂ ਖੁੱਲ੍ਹਦੇ ਪਏ। ਮੈਂ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਤੇ ਮਾਫ ਕਰਦਾ, ਕਿਉਂਕਿ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ। ਜਿਹੜਾ ਬੰਦਾ ਪਾਵਰ 'ਚ ਹੋਵੇ, ਇਹ ਜ਼ਿੰਮੇਵਾਰੀ ਉਹਦੀ ਹੁੰਦੀ ਹੈ
ਕਿ ਜਿਹੜੀ ਗਿਰਾਵਟ ਆ ਵੀ ਰਹੀ ਹੋਵੇ ਨਾ, ਉਹਨੂੰ ਰੋਕਣਾ ਕਿਵੇਂ? ਇਹ ਤਾਂ ਖੁਦ ਹੀ ਡਿੱਗ ਪਏ। ਇਹਨਾਂ ਦੀ ਦਿੱਕਤ ਇਹ ਆ, ਇਹ ਭੁੱਲ ਜਾਂਦੇ ਆ ਕਿ ਜਿਹੜੀ ਇਹ ਫੋਟੋ ਇਹਨਾਂ ਨੇ ਹੋਲੀ ਵੇਲੇ ਦੇ ਸੁਖਬੀਰ ਸਿੰਘ ਬਾਦਲ ਦੀ ਅੱਜ ਸਰਕੂਲੇਟ ਕੀਤੀ, ਕਮੈਂਟ ਦੇ ਕੇ ਆਪਣਾ, ਇਹ ਤਾਂ ਬਹੁਤ ਸਰਕੂਲੇਟ ਹੋ ਚੁੱਕੀ ਹੈ ਲਗਾਤਾਰ। ਲੋਕ ਭੁੱਲ ਵੀ ਗਏ ਸੀਗੇ ਵਿੱਚੋਂ ਕਦੇ ਜਦੋਂ ਸੁਖਬੀਰ ਤੇ ਇੱਕ ਅਟੈਕ ਆਉਂਦਾ ਹੈ ਤੇ ਲੋਕ ਫੋਟੋ ਕੱਢ ਲੈਂਦੇ ਆ। ਲੇਕਿਨ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਹ ਬੜੀ ਸਿੰਪਲ ਜੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਜ਼ਾ ਦੇ ਚੁੱਕੇ ਆ। ਜਿਹੜੀ ਉਹਨਾਂ ਨੇ ਸਿਆਸਤ ਕੀਤੀ ਜਾਂ ਆਪਣੇ ਰਸਤੇ ਤੋਂ ਭਟਕੇ ਉਹਨਾਂ ਨੇ ਪੰਥ ਨੂੰ ਬੇਦਾਵਾ ਦਿੱਤਾ, ਉਹਦੀ ਲੋਕ ਤਾਂ ਸਜ਼ਾ ਦੇਤੀ ਉਹਨਾਂ ਨੂੰ ਇਹ ਸਮਝ ਆਵੇ ਜਾਂ ਨਾ ਆਵੇ ਕਿ ਉਸ ਗੱਲ ਦੀ ਸਜ਼ਾ ਹੈ, ਲੇਕਿਨ ਸਜ਼ਾ ਮਿਲ ਚੁੱਕੀ ਹੈ। ਤੇ ਹੁਣ ਭਗਵੰਤ ਮਾਨ ਉਹਨਾਂ ਨੂੰ ਇਹ ਸ਼ੋਅ ਕਰਕੇ ਕੀ ਕਰਨਾ ਚਾਹੁੰਦੇ ਆ, ਇਹਨਾਂ ਨੇ ਅੱਜ ਉਹ ਫੋਟੋ ਪਾ ਕੇ ਆਪਣੇ ਆਪ ਨੂੰ ਥੱਲੇ ਡੇਗ ਲਿਆ। ਹਾਂ, ਮੈਂ ਇਹ ਗੱਲ ਜ਼ਰੂਰ ਕਹੂੰਗਾ ਇਸ ਤੋਂ ਬਾਅਦ, ਸਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਡਿਗਨਿਟੀ ਦਿਖਾਉਣੀ ਚਾਹੀਦੀ ਸੀ। ਉਹਨਾਂ ਨੂੰ ਇਸ ਜਿਹੜੀ ਇਸੇ ਕੰਪੀਟੀਸ਼ਨ ਦੀ ਥੱਲੇ ਡਿੱਗਣ ਦਾ ਇਹਨੂੰ ਅਵੋਇਡ ਕਰਨਾ ਚਾਹੀਦਾ ਸੀਗਾ। ਉਹਨਾਂ ਨੂੰ ਇਹ ਭਗਵੰਤ ਮਾਨ ਦੀ ਨਹੀਂ ਸੀ ਫੋਟੋ ਆਪਣੀ ਕੋਈ ਵੀਡੀਓ ਪਾਉਣੀ ਚਾਹੀਦੀ। ਭਗਵੰਤ ਮਾਨ ਦੀ ਪਰਸਨਲ ਲਾਈਫ ਸਭ ਨੂੰ ਪਤਾ, ਓਪਨ ਹੈ, ਕੋਈ ਲੁਕੀ ਛਿਪੀ ਨਹੀਂ ਹੈ। ਸੈਂਕੜੇ ਵੀਡੀਓਜ਼ ਐਸੇ ਮਿਲ ਜਾਣਗੇ ਜੋ ਜੀ ਅੱਜ ਪਾਈ ਹੋਈ ਹੈ। ਠੀਕ ਹੈ, ਦਾਰੂ ਪੀਣ ਵਾਲੇ ਦੇ ਬੰਦੇ ਕਮਜ਼ੋਰੀ ਹੁੰਦੀ ਹੈ। ਕਈ ਵਾਰੀ ਬੰਦਾ ਰਾਤ ਨੂੰ 2 ਵਜੇ ਤੱਕ ਬੈਠਾ ਦਾਰੂ ਪੀ ਰਿਹਾ ਹੁੰਦਾ ਹੈ ਤੇ ਸਵੇਰੇ ਹੈਂਗਓਵਰ ਹੁੰਦਾ। ਸਵੇਰੇ ਨਹੀਂ, ਸਵੇਰੇ ਦਾਰੂ ਪੀਤੀ ਹੁੰਦੀ ਹੈ, ਉਹ ਬੋਡੀ ਦੇ ਵਿੱਚੋਂ ਸਮੈਲ ਬਹੁਤ ਦੇਰ ਤੱਕ ਆਉਂਦੀ ਰਹਿੰਦੀ ਸਵੇਰੇ, ਤੇ ਉਹ ਨਸ਼ਾ ਜਿਹਾ ਵੀ ਕਈ ਵਾਰੀ ਬੰਦੇ ਨੂੰ ਚੜਿਆ ਰਹਿੰਦਾ। ਤੇ ਉਹ ਸਾਰੀਆਂ ਵੀਡੀਓਜ਼ ਹੈਗੀਆਂ, ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਉਹਨਾਂ ਦੀ ਲਾਈਫ ਨੋਨ ਸੀ, ਲੋਕਾਂ ਨੇ ਫਿਰ ਵੀ ਉਸ ਵੇਲੇ ਭਗਵੰਤ ਮਾਨ ਤੇ ਵਿਸ਼ਵਾਸ ਪ੍ਰਗਟ ਕੀਤਾ ਸੀ। ਲੋਕਾਂ ਨੂੰ ਇਹ ਵਿਸ਼ਵਾਸ ਸੀ ਕਿ ਇਹ ਬੰਦਾ ਸਿੰਸੀਅਰ ਲੱਗਦਾ, ਕਮਿਟਡ ਹੈ ਪੰਜਾਬ ਦੇ ਲੋਕਾਂ ਨੂੰ। ਦਾਰੂ ਪੀਣਾ ਪੰਜਾਬ ਦੇ ਵਿੱਚ ਕੋਈ ਏਡਾ ਵੱਡਾ ਗੁਨਾਹ ਨਹੀਂ ਹੁੰਦਾ। ਦਾਰੂ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਪੀਂਦੇ ਸੀਗੇ। ਹੋ ਸਕਦਾ ਹੋਰ ਅਕਾਲੀ ਦਲ ਦੇ ਲੀਡਰ ਵੀ ਚੋਰੀ ਛਿਪੇ ਪੀਂਦੇ ਹੋਣ, ਪਤਾ ਸਾਰਿਆਂ ਦਾ ਕੌਣ ਕੀ ਕਰਦਾ ਰਿਹਾ। ਕੋਈ ਲੁਕੀ ਛਿਪੀ ਗੱਲ ਨਹੀਂ ਹੈ, ਕਈ ਤਾਂ ਚੋਰੀ ਪੀਂਦੇ। ਲੇਕਿਨ ਇਸ਼ੂਜ਼ ਕੀ ਹੈਗੇ? ਪਹਿਲੀ ਗੱਲ, ਭਗਵੰਤ ਮਾਨ ਪਿਛਲੇ 3-4 ਮਹੀਨੇ ਤੋਂ ਬਹੁਤ ਐਕਟਿਵ ਹੈ ਸਿੱਖ ਇਸ਼ੂਜ਼ ਤੇ। ਜਿਹੜਾ ਲੀਡਰ ਆਪਣੇ ਨਾਂ ਦੇ ਨਾਲ ਸਿੰਘ ਵੀ ਨਹੀਂ ਲਾਉਂਦਾ, ਉਹਨੂੰ ਕੀ ਮੋਰਲ ਰਾਈਟ ਹੈ ਸਿੱਖਾਂ ਦੀ ਛੁੱਟੀ ਕੰਮ ਕਰਨ ਦਾ? ਇੱਕ ਮੈਂ ਮੋਟੀ ਜਿਹੀ ਗੱਲ ਕਰਦਾ, ਇਹ ਸਿੱਖਾਂ ਦਾ ਕੋਈ ਸਿੰਬਲ ਹੈਗੇ ਆਪਣੇ ਆਪ ਦੇ ਵਿੱਚ? ਨਹੀਂ ਹੈ। ਪਹਿਲਾਂ ਜਿਹੜਾ ਲੀਡਰ ਖੁਦ ਹੀ ਸਿੱਖਾਂ ਦਾ ਸਿੰਬਲ ਨਹੀਂ ਬਣ ਸਕਦਾ, ਉਹ ਇੰਨਾ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ? ਇਤਿਹਾਸ ਤੋਂ ਸਬਕ ਲੈਣਾ ਚਾਹੀਦਾ। ਪਹਿਲਾਂ ਤਾਂ ਤੁਸੀਂ ਆਪਣੇ ਆਪ ਨੂੰ ਉਸ ਸਾਂਚੇ ਢਾਲੋ ਜਿਹੜੀ ਤੁਸੀਂ ਗੱਲ ਕਰਦੇ ਆ ਜਿਸ ਸਿਆਸਤ ਦੀ, ਫਿਰ ਤੁਹਾਨੂੰ ਮੋਰਲ ਰਾਈਟ ਹੁੰਦਾ ਹੈ। ਜੇ ਤੁਹਾਡਾ ਮੋਰਲ ਰਾਈਟ ਹੀ ਕੋਈ ਨਹੀਂ, ਫਿਰ ਤੁਸੀਂ ਕਿਸ ਪਾਸੇ ਤੁਰਿਆ? ਪੰਜਾਬ ਦੇ ਲੋਕਾਂ ਦੀ ਗੱਲ ਕਰੋ। ਸਿੱਖੀ ਤੁਹਾਡਾ ਕੰਮ ਨਹੀਂ ਹੈ, ਸਿੱਖੀ ਤਾਂ SGPC ਦਾ ਕੰਮ ਹੈ। ਸਿੱਖ ਸਟਰੀਮ ਦੇ ਵਿੱਚ ਇਕੱਲਾ ਸਿਰਫ ਅਕਾਲੀ ਦਲ ਤੇ SGPC ਨਹੀਂ ਹੈ, ਇਹ ਭੁੱਲ ਜਾਂਦੇ ਆ। ਸਿੱਖ ਸਟਰੀਮ ਜਾਂ ਸਿੱਖ ਡੋਮੇਨ ਇਹ ਬਹੁਤ ਵਿਸ਼ਾਲ ਡੋਮੇਨ ਹੈ, ਤੇ ਅਕਾਲੀ ਦਲ ਸਿਰਫ ਉਹਦੇ ਇੱਕ ਸਟਰੀਕ ਹੈ, ਔਰ ਲੋਕ ਉਸ ਸਟਰੀਕ ਨੂੰ ਰਿਜੈਕਟ ਕਰ ਚੁੱਕੇ ਹੈ। ਇਸ਼ੂ ਉਹਦੇ ਰਿਵਾਈਵਲ ਦਾ ਹੈ। ਉਹ ਤਾਂ ਜਿਹੜੀ ਸਿਆਸਤ ਲੈ ਕੇ ਸੁਖਬੀਰ ਸਿੰਘ ਬਾਦਲ ਇਸ ਵੇਲੇ ਚੱਲੇ ਹੈ, ਉਹਦੇ ਤਾਂ ਰਿਵਾਈਵਲ ਦਾ ਸਕੋਪ ਹੀ ਕੋਈ ਨਹੀਂ। ਉਹਨਾਂ ਤਾਂ ਪਾਰਟੀ ਦਾ ਹੁਣ ਵਿਮਨ ਵਿੰਗ ਨੇ ਵੀ ਛੱਡਤਾ। ਵੱਡੇ ਬਗਾਵਤ ਅਕਾਲੀ ਦਲ ਦੇ ਵਿੱਚ ਵਿਮਨ ਦੇ ਵੱਲੋਂ ਉਹ ਕਨਫਰੰਟ ਕਰ ਰਹੇ ਹੈ, ਰਿਲਾਈਜ਼ ਹੀ ਨਹੀਂ ਕਰ ਰਹੇ ਕਿ ਪਾਰਟੀ ਕਿੱਥੇ ਜਾ ਰਹੀ ਹੈ, ਤੇ ਉਹਦਾ ਚੇਅਰ ਰਿਐਕਸ਼ਨ ਸੁਣਿਆ ਕਿ ਪਾਰਟੀ ਦੇ ਵਿੱਚ ਹੋ ਰਿਹਾ। ਜਿਹੜੀ ਪਾਰਟੀ ਆਲਰੇਡੀ ਜਿਹੜਾ ਲੀਡਰ ਕੁਝ ਫੇਸ ਕਰ ਰਿਹਾ ਹੋਵੇ, ਉਹ ਤੇ ਨੀਵੇਂ ਪੱਧਰ ਤੇ ਜਾ ਕੇ ਉਹਦੇ ਤੇ ਅਟੈਕ ਕਰਨਾ, ਇਹ ਮੇਰੀ ਸਮਝ ਤੋਂ ਬਾਹਰ ਹੈ ਜੀ। ਸਰਦਾਰ ਭਗਵੰਤ ਮਾਨ ਨੇ ਸਰਦਾਰ ਜਾਣ ਕੇ ਕਿਹਾ, ਕਿਉਂਕਿ ਹੁਣ ਸਿੱਖ ਇਸ਼ੂਜ਼ ਤੇ ਕੰਮ ਕਰ ਰਹੇ ਹੈ। ਅਦਰਵਾਈਜ਼ ਇਹਨਾਂ ਨੂੰ ਸਰਦਾਰ ਕਹਿਣ ਦਾ ਕਹਿਣਾ ਬਣਦਾ ਨਹੀਂ, ਕਿਉਂਕਿ ਉਹ ਤਾਂ ਆਪਣੇ ਆਪ ਦੇ ਨਾਲ ਸਿੰਘ ਹੀ ਨਹੀਂ ਲਾਉਂਦੇ ਜੇ, ਤੇ ਸਰਦਾਰ ਕਿਵੇਂ ਕਹੀਏ? ਠੀਕ ਹੈ, ਸਿੱਖ ਪਰਿਵਾਰ ਜੰਮੇ ਹੈ, ਸਭ ਕੁਛ ਹੈ, ਸ਼ਾਇਦ ਕੋਈ ਟ੍ਰੈਡੀਸ਼ਨ ਵੀ ਫਾਲੋ ਕਰਦੇ ਹੋਣ। ਲੇਕਿਨ ਜੇ ਤੁਸੀਂ ਲੋਕਾਂ ਨੂੰ ਦੇ ਪ੍ਰਾਇੋਰਟੀ ਇਸ਼ੂਜ਼ ਛੱਡ ਕੇ ਇਹ ਨਿੱਕੀ ਸਿਆਸਤ ਦੇ ਵਿੱਚ ਪੈਣਾ ਹੈ, ਤੇ ਜਿਹੜਾ ਅਕਸਰ ਪਹਿਲਾਂ ਦੋਵਾਂ ਪਾਰਟੀਆਂ ਦਾ ਹੋਇਆ, ਉਹ ਫਿਰ ਇਹਨਾਂ ਨੂੰ ਵੀ ਫੇਸ ਕਰਨਾ ਪੈ ਸਕਦਾ ਹੈ। ਲੋਕਾਂ ਨੇ ਇਸ ਲੀਡਰ ਤੇ ਬਹੁਤ ਵਿਸ਼ਵਾਸ ਕਰਕੇ 2014 ਦੇ ਵਿੱਚ ਜਿਹੜਾ ਜੋਸ਼ ਸੀ ਇਸ ਏਰੀਏ ਦਾ, ਇਹਨਾਂ ਬਾਰੇ ਉਹ ਹੁਣ ਤੱਕ ਨੋਨ ਆ। ਉਹ ਵੀਡੀਓਜ਼ ਹੈਗੀਆਂ ਸਾਰੀਆਂ, ਕਿਵੇਂ ਜਿਹੜਾ ਯੂਥ ਸੀ ਇਹਨਾਂ ਦੇ ਅੱਗੇ ਲੱਗਿਆ ਸੀਗਾ।
ਇੱਕ ਵਿਸ਼ਵਾਸ ਇਹਨਾਂ 'ਚ ਬਣਿਆ ਸੀ ਲੀਡਰਸ਼ਿਪ ਦਾ। ਇਹ ਵਿਸ਼ਵਾਸ ਜਿਹੜਾ ਲੋਕਾਂ ਦਾ ਬਣਿਆ ਸੀ ਨਾ, ਉਹ ਤੋੜ ਰਹੇ ਆ। ਜੀ ਤੇ ਇਹਦੇ ਵਿੱਚ ਸਿਰਫ ਇਹਨਾਂ ਦਾ ਹੀ ਆਪਣਾ ਨੁਕਸਾਨ ਨਹੀਂ ਹੈ, ਇਹ ਪੰਜਾਬ ਦਾ ਵੀ ਨੁਕਸਾਨ ਹੈ ਇਹਦੇ ਵਿੱਚ। ਫਿਰ ਇਸ ਤੋਂ ਬਾਅਦ ਪੰਜਾਬ ਦੇ ਲੋਕ ਕੀ ਕਿਸੇ ਤੇ ਵਿਸ਼ਵਾਸ ਕਰ ਸਕਦੇ ਆ? ਇਹ ਲੋਕਾਂ ਦੇ ਵਿਸ਼ਵਾਸ ਟੁੱਟਣ ਦੀ ਗੱਲ ਹੈ, ਸਿਰਫ ਇਹਨਾਂ ਦੇ ਡਿੱਗਣ ਦੀ ਗੱਲ ਨਹੀਂ। ਜੀ ਸਰਦਾਰ ਹਮੀਰ ਸਿੰਘ ਜੀ, ਵੈਸੇ ਤਾਂ ਜਿਸ ਤਰ੍ਹਾਂ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਨੂੰ ਔਰ ਅਕਾਲੀ ਪੋਲਿਟਿਕਸ ਨੂੰ ਨਿਸ਼ਾਨੇ ਤੇ ਲੈ ਰਹੇ ਆ ਪਿਛਲੇ ਇੱਕ ਅਰਸੇ ਤੋਂ, ਕਈ ਲੋਕ ਤਾਂ ਇਹ ਵੀ ਸੋਚਦੇ ਆ ਵੀ ਇਹ ਕੋਈ ਗਿਣ ਮਿੱਥ ਕੇ ਖੇਡਿਆ ਜਾ ਰਿਹਾ ਮੈਚ ਤਾਂ ਨਹੀਂ। ਇੰਝ ਲੱਗਦਾ ਜਿੱਦਾਂ ਉਹ ਨੌਕ ਕਰ ਕਰਕੇ ਉਹਨਾਂ ਨੂੰ ਖੜੇ ਰੱਖਣਾ ਚਾਹੁੰਦੇ ਆ, ਇੱਕ ਲੜਾਈ ਦਿਖਾ ਕੇ। ਮੈਨੂੰ ਲੱਗਦਾ ਅਕਾਲੀ ਦਲ ਨੂੰ ਬੈਨੀਫਿਟ ਦੇ ਰਹੇ ਆ, ਸੁਖਬੀਰ ਸਿੰਘ ਬਾਦਲ ਨੂੰ ਬੈਨੀਫਿਟ ਦੇ ਰਹੇ ਨੇ ਭਗਵੰਤ ਮਾਨ। ਇਹ ਇੱਕ ਹਲਕੀ ਜੀ ਇੱਥੇ ਟਿੱਪਣੀ। ਤੇ ਦੂਜਾ ਮਾਮਲਾ ਜਿਹੜਾ ਦਿੱਲੀ ਦੇ ਵਿੱਚ ਆਰਡੀਨੈਂਸ ਦੇ ਨਾਲ ਸੰਬੰਧਿਤ ਬਿੱਲ ਹੈ, ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣ ਲਈ ਉਹਨੂੰ ਪੇਸ਼ ਕੀਤਾ ਗਿਆ, ਉਹਦੇ ਨਾਲ ਇੱਕ ਸਾਂਝ ਪਾ ਦਿਓ, ਕਿਉਂਕਿ ਤੁਸੀਂ ਉਹਨੂੰ ਸਮਝਿਆ ਰੌਲਾ ਇਸ ਗੱਲ ਦਾ ਹੀ ਸੀਗਾ ਕਿ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਹੱਕਾਂ ਤੇ ਅਧਿਕਾਰਾਂ ਤੇ ਡਾਕਾ ਮਾਰਿਆ ਕੇਂਦਰ ਨੇ, ਉਹਦੇ ਆਪਣੇ ਅਖਤਿਆਰਾਤ ਖੋਲੇ ਜਾਣਗੇ ਇਸ ਆਰਡੀਨੈਂਸ ਦੇ ਰਾਹੀਂ, ਔਰ ਇਹਦੀ ਸੁਣਵਾਈ ਸੰਵਿਧਾਨਕ ਬੈਂਚ ਦੇ ਹਵਾਲੇ ਆ, ਜਿਹਦੀ ਅਗਵਾਈ ਦੇਸ਼ ਦੇ ਚੀਫ ਜੱਜ ਕਰ ਰਹੇ ਨੇ। ਇਸ ਵੇਲੇ ਜਿਹੜਾ ਇਹ ਬਿੱਲ ਪੇਸ਼ ਹੋਇਆ, ਜਿਹਨੇ ਕਾਨੂੰਨ ਬਣ ਜਾਣਾ, ਜਿਸ ਤਰ੍ਹਾਂ ਦੀ ਇਕੁਏਸ਼ਨ ਸਮੀਕਰਨ ਗਣਿਤ ਹੈ ਪਾਰਲੀਮੈਂਟ ਦੇ ਦੋਵਾਂ ਸਦਨਾਂ ਦਾ, ਤੇ ਇਸ ਤੋਂ ਬਾਅਦ ਦਿੱਲੀ ਦੇ ਅਖਤਿਆਰਾਤ ਦਾ, ਸੇਵਾਵਾਂ ਦਾ, ਉਹ ਕਿਹਦੇ ਹੱਥ ਵਿੱਚ ਰਹੂਗਾ ਪਕੜ, ਕਿਹਦੇ ਕੋਲ ਕੰਟਰੋਲ ਰਹੂਗਾ? ਕਿ ਉਹ ਸਿੱਧਾ ਐਲਜੀ ਕੋਲ ਚਲੇ ਗਿਆ, ਮਤਲਬ ਵਾਇਆ ਐਲਜੀ ਕੇਂਦਰ ਕੋਲ ਚਲੇ ਗਿਆ, ਗ੍ਰਹਿ ਮੰਤਰਾਲੇ ਕੋਲ ਚਲੇ ਗਿਆ, ਜਾਂ ਉਹਦੇ ਵਿੱਚ ਅਸੈਂਬਲੀ ਦੀ ਆਪਣੀ ਵੁਕਤ, ਕੇਜਰੀਵਾਲ ਸਾਹਿਬ ਦੀ ਬਤੌਰ ਮੁੱਖ ਮੰਤਰੀ ਆਪਣੀ ਕੋਈ ਆਵਾਜ਼, ਆਪਣਾ ਅਧਿਕਾਰ ਕਾਇਮ ਦਾਇਮ ਨੇ, ਜਾਂ ਬਿਲਕੁਲ ਹੀ ਇੱਕ ਪਾਸਿਓਂ ਵਾਢਾ ਵੱਢਤਾ ਗਿਆ? ਤੇ ਜਿਹੜਾ ਤਾਂ ਪਹਿਲੀ ਗੱਲ ਹੈ, ਮੈਨੂੰ ਇਹ ਲੱਗਦਾ ਕਿ ਇੰਨੀ ਸਮਝ ਭਗਵੰਤ ਮਾਨ ਨੂੰ ਵੀ ਹੈ ਤੇ ਉਹਨਾਂ ਦੀ ਪਾਰਟੀ ਨੂੰ ਵੀ, ਸਾਰਿਆਂ ਨੂੰ, ਕਿ ਅਕਾਲੀ ਦਲ ਦਾ ਬਿਲਕੁਲ ਖਤਮ ਹੋ ਜਾਣਾ ਜਾਂ ਇਹ ਬਿਲਕੁਲ ਪਾਰਟੀ ਦਾ ਮੁੜ ਕੇ ਵਜੂਦ ਚ ਨਾ ਆਉਣਾ ਜਾਂ ਹੋਣਾ, ਇਹ ਸੰਭਵ ਨਹੀਂ ਹੈ। ਕਿਉਂਕਿ ਪੰਜਾਬ ਦੀ ਫ੍ਰੈਗਰੈਂਸ ਜਿਹੜੀ ਹੈ, ਜਾਂ ਜਿਹੜੀ ਪੰਜਾਬ ਦੀ ਇਤਿਹਾਸਕ ਪਿਛੋਕੜ ਹੈ, ਉਹਦੀ ਲੋੜ ਹੈ ਅਕਾਲੀ ਦਲ ਦੀ ਪੰਥਕ ਪੋਲਿਟਿਕਸ ਨਾਲ ਜੁੜੀ ਹੋਈ ਪੰਜਾਬ ਦੀ ਪੋਲਿਟਿਕਸ ਦਾ ਇੱਕ ਗਰੁੱਪ, ਇੱਕ ਪਾਰਟੀ ਉਸ ਸਿਧਾਂਤ ਨੂੰ ਪਰਨਾਈ ਹੋਈ ਖੜੀ ਹੋਵੇ। ਇਹ ਅਕਾਲੀ ਦਲ ਹੈ ਜਾਂ ਇਹ ਰਿਵਾਈਵ ਹੁੰਦਾ ਜਾਂ ਕੋਈ ਹੋਰ ਹੋਵੇ, ਉਹਨੂੰ ਪਤਾ ਕਿ ਜਿਹੜੀ ਜਰਖੇਜ ਮਿੱਟੀ ਹੁੰਦੀ ਹੈ, ਜਿਹੜੀ ਗੱਲ ਦੇ ਵਾਸਤੇ ਬਣੀ ਹੁੰਦੀ ਹੈ, ਉਹ ਬਾਰ-ਬਾਰ ਇੱਕ ਵਾਰ ਨਹੀਂ ਵੀ ਹੋ ਗੜੇ ਪੈ ਜਾਣ, ਬਾਕੀ ਚੀਜ਼ਾਂ ਹੋ ਜਾਣ ਤਾਂ ਦੁਬਾਰਾ ਫੁੱਟਦੀ ਹੈ, ਪੁੰਗਰਦੀ ਹੈ। ਬਾਕੀ ਕਿਸੇ ਪਾਰਟੀ 'ਚ ਉਹ ਜਾਨ ਨਹੀਂ ਹੈ ਉਸ ਪੱਧਰ ਦੀ। ਇਹਨੂੰ ਪੇਰੈਂਟਲ ਪਾਰਟੀ, ਜਿਹੜੀ ਮੇਨ ਪਾਰਟੀ ਪੰਜਾਬ ਦੀ, ਜਿਹੜੀ ਪੰਜਾਬ ਦੀ ਮਿੱਟੀ 'ਚੋਂ ਪੈਦਾ ਹੋਈ, ਤੇ ਉਹਦੇ 'ਚੋਂ ਈਵਨ ਕਾਂਗਰਸ 'ਚ ਵੀ ਵੱਡੇ ਲੀਡਰ ਸਾਰੇ ਪਹਿਲਾਂ ਪੁਰਾਣੇ ਅਕਾਲੀ ਦਲ ਦੀਆਂ, ਉਹਨਾਂ 'ਚੋਂ ਆਏ ਹੋਏ ਚਲੇ ਗਏ, ਇਕੱਲੇ ਜਿਹੜੇ ਪੁਰਾਣੇ ਵੱਡੇ ਲੀਡਰ ਬਣੇ ਸਾਰੇ ਕਿਸੇ ਨਾ ਕਿਸੇ ਰਸਤੇ, ਅਕਾਲੀ ਦਲ ਦਾ ਰਸਤਾ ਸੀ ਉਹ, ਉਹਦੇ ਰਾਹੀਂ ਆਏ ਸੀਗੇ। ਇਹ ਟੈਂਪਰੇਰੀ ਫੇਜ਼ ਹੈ ਜਿਹਦੇ 'ਚ ਮਤਲਬ ਲੋਕਾਂ ਦੇ ਇਤਰਾਜ਼ ਨੇ, ਲੋਕਾਂ ਨੂੰ ਇਹ ਇਤਰਾਜ਼ ਹੈ ਕਿ ਸਾਡੀਆਂ ਸੰਸਥਾਵਾਂ ਮੋਨੋਪੋਲੀ, ਇਜਾਰੇਦਾਰੀ ਕਿਵੇਂ ਹੋ ਗਈ, ਇਹ ਕਿਉਂ ਆਜ਼ਾਦ ਨਹੀਂ ਹੈ, ਇਹ ਆਪਣੇ ਢੰਗ ਨਾਲ ਸੋਚ ਕਿਉਂ ਨਹੀਂ ਰਹੀਆਂ, ਉਹ ਇੱਕ ਮਾਮਲਾ ਹੈ। ਇਸ ਕਰਕੇ ਸ਼ਾਇਦ ਉਹੀ ਟਾਰਗੇਟ ਵੀ ਹੋਊਗਾ ਹਮੇਸ਼ਾ ਹੀ, ਜਿਹੜੇ ਤੋਂ ਇਨ ਦੀ ਲੌਂਗ ਰਨ ਵੀ ਖਤਰਾ, ਉਹ ਐਸੇ 5 ਸਾਲ ਦਾ ਖਤਰਾ ਨਹੀਂ ਨਾ, ਰਾਜ ਕਰਨ ਦਾ 25 ਤੇ 50 ਸਾਲ ਦਾ ਨਜ਼ਰੀਆ ਚਲਾ ਜਾਂਦਾ ਫਿਰ ਮੁੜ ਕੇ, ਵੀ ਚਲੋ ਟੈਂਪਰੇਰੀ ਤਾਂ ਛੱਡੋ ਤੇ ਬਾਕੀ ਦੀਆਂ ਚੀਜ਼ਾਂ ਨੇ। ਸ਼ਾਇਦ ਉਹ ਨਿਸ਼ਾਨਾ ਠੀਕ ਲਾ ਰਹੇ ਨੇ, ਪਰ ਜਿੰਨੀ ਗਿਰਾਵਟ ਨਾਲ ਲਾ ਰਹੇ ਨੇ ਉਹ ਨਿਸ਼ਾਨਾ, ਉਹਨੂੰ ਨਿਸ਼ਾਨਾ ਨਹੀਂ ਕਿਹਾ ਜਾ ਸਕਦਾ, ਉਹ ਗੇਮ ਦਾ ਬਹੁਤ ਹੇਠਲਾ ਪਾਸਾ ਹੈ। ਤੇ ਦੂਜੀ ਗੱਲ, ਅਕਾਲੀ ਦਲ ਦਾ ਕ੍ਰਾਈਸਿਸ ਵੀ ਇਹੀ ਹੈ, ਉਹ ਵੀ ਲੜਾਈ 'ਚ ਉੱਥੇ ਹੀ ਉਤਰਿਆ ਆ ਜਿੱਥੇ ਬਾਕੀ ਤਰ੍ਹਾਂ ਉਤਰ ਰਹੀਆਂ ਸੀ, ਉਦੋਂ ਨੀਚੇ। ਉਹਦੇ ਤੋਂ ਉਮੀਦ ਲੋਕ ਅਲੱਗ ਕਰਦੇ ਸੀ ਪਿਛੋਕੜ ਦੇ ਵਿੱਚ ਵੀ। ਤੁਸੀਂ ਦੇਖੋ ਕਿ ਅਕਾਲੀ ਦਲ ਦਾ ਕੋਈ ਲੀਡਰ ਨੌਟੰਕੀਬਾਜ਼ ਹੋਵੇ ਪੁਰਾਣੇ ਸਮੇਂ ਦੇ ਵਿੱਚ, ਇਹਨੂੰ ਨਹੀਂ ਪ੍ਰਵਾਨ ਕੀਤਾ ਜਾ ਸਕਦਾ। ਢਾਡੀਆਂ 'ਚੋਂ, ਰਾਗੀਆਂ 'ਚੋਂ, ਕਮਿਸ਼ਨਰਾਂ 'ਚੋਂ ਅਕਾਲੀ ਦਲ 'ਚ ਲੋਕ ਆਏ ਨੇ, ਸੰਤਾਂ 'ਚੋਂ, ਉਹ ਇੱਕ ਬੈਕਗਰਾਉਂਡ ਦੀਆਂ ਚੀਜ਼ਾਂ ਸੀ ਉਸ ਮਾਮਲੇ 'ਚ। ਅਕਾਲੀ ਦਲ ਤੇ ਕੋਈ ਇਲਜ਼ਾਮ ਲੱਗ ਜੇ ਕਿਸੇ ਦਾ, ਕੋਈ ਵੂਮਨਾਈਜ਼ਰ ਹੋਣ ਦਾ ਜਾਂ ਬਾਕੀ ਦਾ, ਲੋਕ ਇੱਕੋ ਤਰ੍ਹਾਂ ਨਹੀਂ ਲੈਂਦੇ ਕਾਂਗਰਸ ਜਾਂ ਅਕਾਲੀ ਤੇ ਆਪ ਨੂੰ, ਲੋਕ ਵੱਖ ਤਰ੍ਹਾਂ ਲੈਂਦੇ ਨੇ, ਕਿਉਂਕਿ ਉਹਦਾ ਪੰਥ ਨਾਲ ਜੁੜਾ ਸੀ ਇੱਕ ਲੈਵਲ ਦਾ। ਇਸ ਲਈ ਹਿਸਟੋਰੀਕਲੀ ਵੀ ਜੇ ਇਹ ਜਿਹੜੇ ਕਮੀਆਂ ਨੇ ਅਕਾਲੀ ਲੀਡਰਾਂ 'ਚ ਹਮੇਸ਼ਾ ਦੂਜਿਆਂ ਨਾਲੋਂ ਘੱਟ ਦਿਖਾਈ ਦਿੱਤੀਆਂ ਨੇ, ਜਿਹੜੇ ਕਿਰਦਾਰ ਦੇ ਪੱਖਾਂ ਤੋਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ। ਹੁਣ ਜੇ ਤੁਸੀਂ ਉਹੀ ਜਿਹੀ ਪਾਰਟੀ ਬਣਾਤੀ ਤਾਂ ਉਹ ਚੀਜ਼ਾਂ ਹੋਣਗੇ, ਉਹ ਇੱਕ ਅਲੱਗ ਗੱਲ ਹੈ। ਪਰ ਇਹ ਮਤਲਬ ਭਵਿੱਖ ਦੇ ਵਿੱਚ ਵੀ ਉਹਦੀ ਲੋੜ ਜਿਹੜੀ ਆ ਉਸੇ ਕਿਰਦਾਰ ਦੀ, ਉਸ ਫਿਲਾਸਫੀ ਦੀ, ਉਹਨੂੰ ਪਰਨਾਈ ਫਿਲਾਸਫੀ ਦੇ ਤੌਰ ਤੇ ਇੱਕ ਮਿਆਰ ਦੀ, ਉਹ ਬਰਕਰਾਰ ਰਹੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਨੂੰ ਪੂਰਾ ਕੌਣ ਕਿਵੇਂ ਕਰਦਾ ਉਹ ਅਲੱਗ ਕੁਐਸਚਨ ਹੈ। ਮਤਲਬ ਇਹ ਲੜਾਈ, ਟੈਂਪਰੇਰੀ ਲੜਾਈ ਜਿਹੜੀ ਚੱਲ ਰਹੀ ਹੈ, ਉਹ ਚੱਲ ਹੀ ਰਹੀ ਹੈ, ਜਿਸ ਲੈਵਲ ਦੀ ਵੀ ਚੱਲੇਗੀ।
ਕਿਉਂਕਿ ਪੋਲਿਟਿਕਸ ਨੌਨ ਵਿਚਾਰਧਾਰਾ ਵਾਲੀ ਹੋਗੀ ਤੇ ਨੌਨ ਵਿਚਾਰਧਾਰਾ ਵਾਲੀ ਪਾਰਟੀ 'ਚ ਫਿਰ ਵਿਚਾਰ ਤਾਂ ਤੁਹਾਡੇ ਕੋਲ ਹੁੰਦਾ ਨਹੀਂ, ਕੋਈ ਵਿਚਾਰ ਤੁਹਾਡੇ ਕੋਲ ਨਹੀਂ ਹੁੰਦਾ, ਫਿਰ ਤਾਂ ਇਹੋ ਜਿਹੀਆਂ ਗੱਲਾਂ ਤੁਸੀਂ ਖੇਡਦੇ ਹੋ ਜਿਹੜੀਆਂ ਗੱਲਾਂ ਤੁਸੀਂ ਹੁਣ ਕਰ ਰਹੇ ਹੋ। ਦੋਨੇ ਧਿਰਾਂ ਜਿਸ ਲੈਵਲ ਤੇ ਚਲੀਆਂ ਗਈਆਂ ਨੇ। ਜਿਹੜੀ ਗੱਲ ਬਿੱਲ ਤੇ ਆਰਡੀਨੈਂਸ ਦੀ ਹੈ ਦਿੱਲੀ ਦੇ ਵਿੱਚ, ਉਹ ਬੜਾ ਰੌਲਾ ਪਿਆ। ਇਹਨੇ ਭਗਵੰਤ ਮਾਨ ਜੀ ਵੀ ਨਾਲ ਨਾਲ ਗਏ ਕੇਜਰੀਵਾਲ ਦੇ, ਸਾਰੇ ਸੂਬਿਆਂ 'ਚ ਘੁੰਮੇ, ਗੈਰ ਬੀਜੇਪੀ ਪਾਰਟੀਆਂ ਨੂੰ ਮਿਲੇ, ਬਲਕਿ ਕੰਟਰੋਵਰਸੀ ਉਸ ਇੰਡੀਆ ਦੇ ਫਰੰਟ 'ਚ ਵੀ ਜਾਣ ਲਈ ਤਿਆਰ ਨਹੀਂ ਸੀ ਵੀ ਜੇ ਇਹਨਾਂ ਦੀ ਗੱਲ ਨਾ ਮੰਨੀ ਜਾਂਦੀ, ਵੀ ਜੇ ਸਾਡੀ ਇਹ ਮੰਨੋਗੇ ਤਾਂ ਅਸੀਂ ਉਹ 'ਚ ਜਾਵਾਂਗੇ। ਇਹਦਾ ਮਤਲਬ ਇਹ ਵੱਡੇ ਦਾਇਰੇ ਦੀ ਸੋਚ ਪ੍ਰਣਾਲੀ ਦੇ ਪਲੇਅਰ ਨਹੀਂ ਹੈ, ਇਹ ਆਪਣਾ ਮਾਮਲਾ ਹੱਲ ਕਰਨ ਵਾਲੇ ਪਲੇਅਰ ਨੇ ਕਿ ਮੇਰਾ ਕਰੋ ਮੈਂ ਚਲਾ ਜਾਂਦਾ। ਪਰ ਜਿਹੜਾ ਆਰਡੀਨੈਂਸ ਦੇ ਵਿੱਚ ਸੀਗਾ ਵੀ ਸ਼ਾਇਦ ਉਹਦੇ 'ਚ ਕਰਕੇ ਟਲ ਜਾਏਗਾ, ਔਰ ਇਹ ਮਈ ਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀ ਤੇ ਮਈ ਦੇ ਵਿੱਚ ਵੀ ਗਵਰਨਮੈਂਟ ਆਫ ਇੰਡੀਆ ਨੇ ਇੱਕ ਆਰਡੀਨੈਂਸ ਲਿਆਂਦਾ ਜਿਹਦੇ ਕਰਕੇ ਦਿੱਲੀ ਦੀ ਸਰਕਾਰ ਨੂੰ, ਜਿਹੜੀ ਅਸੈਂਬਲੀ ਵਾਲੀ ਸਰਕਾਰ ਸੀ, ਉਹਨੂੰ ਸੇਵਾਵਾਂ ਦੇ ਖੇਤਰ 'ਚ ਸਭ ਦੀ ਟ੍ਰਾਂਸਫਰ ਕਰਨ ਦਾ, ਅਪਾਇੰਟਮੈਂਟ ਕਰਨ ਦਾ ਰਾਈਟ ਜਿਹੜਾ ਉਹ ਵਾਪਸ ਚਲਾ ਗਿਆ ਕੇਂਦਰ ਦੇ ਕੋਲੇ। ਹੁਣ ਜਿਹੜਾ ਆਰਡੀਨੈਂਸ ਦੇ ਵਿੱਚ ਹੈ ਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਚਲੇ ਗਏ ਆਮ ਆਦਮੀ ਪਾਰਟੀ ਦੀ ਸਰਕਾਰ, ਜਿਹਨੇ ਸੰਵਿਧਾਨਕ ਬੈਂਚ ਦੇ ਹਵਾਲੇ ਕਰਤਾ, ਜੇ ਉਹਦੇ ਤੇ ਸੁਣਵਾਈ ਹੋਣੀ ਹੈ। ਇਹ ਦੋ ਚੀਜ਼ਾਂ 'ਚ ਕੁਝ ਵੱਖਰਾ। ਅੱਜ ਲੋਕ ਸਭਾ 'ਚ ਪੇਸ਼ ਹੋਇਆ, ਗ੍ਰਹਿ ਮੰਤਰੀ ਨੇ ਬਿੱਲ ਪੇਸ਼ ਕੀਤਾ ਔਰ ਵਿਰੋਧ ਵੀ ਕੀਤਾ, ਕਾਂਗਰਸ ਨੇ ਵੀ ਕੀਤਾ, ਬਾਕੀ ਧਿਰਾਂ ਨੇ, ਪਰ ਉਹ ਬਿੱਲ ਪੇਸ਼ ਹੋ ਚੁੱਕਾ ਹੈ। ਔਰ ਇਸੇ ਲਈ ਆਰਡੀਨੈਂਸ ਤੇ ਕਾਨੂੰਨ 'ਚ ਦੋ ਫਰਕ ਪਏ ਨੇ ਇੱਕ ਲੈਵਲ ਦੇ। ਇੱਕ ਫਰਕ ਇਹ ਪੈ ਗਿਆ ਕਿ ਉਹ ਜਿਹੜਾ ਆਰਡੀਨੈਂਸ 'ਚ ਧਾਰਾ 3A ਸੀ, ਔਰ ਉਹ ਧਾਰਾ 3A ਕੱਢ ਦਿੱਤੀ ਗਈ ਹੈ, ਡਿਲੀਟ ਕਰ ਦਿੱਤੀ ਗਈ ਹੈ ਇਸ ਨਵੇਂ ਬਿੱਲ ਦੇ ਵਿੱਚੋਂ, ਜਿਹੜਾ ਬਿੱਲ ਗਿਆ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ। ਉਹ ਕੀ ਕਹਿੰਦੀ ਸੀ? ਉਹ ਇਹ ਕਹਿ ਰਹੀ ਸੀ ਸਾਰੇ ਦੇ ਸਾਰੇ ਮਾਮਲੇ ਦੇ ਵਿੱਚ ਕਿ ਦਿੱਲੀ ਦੀ ਅਸੈਂਬਲੀ ਦੇ ਵਿੱਚ ਵੀ ਕੋਈ ਲੋੜ ਨਹੀਂ ਹੈ ਜਾਣ ਦੀ। ਹੁਣ ਉਹ ਧਾਰਾ ਕੱਢਣ ਨਾਲ ਕੀ ਹੋ ਗਿਆ ਕਿ ਜਿਹੜੀ ਰਿਪੋਰਟ ਹੋਇਆ ਕਰੇਗੀ ਸੇਵਾਵਾਂ ਦੀ, ਨਿਯੁਕਤੀਆਂ ਦੀ, ਬਾਕੀ ਉਹ ਪਾਰਲੀਮੈਂਟ ਤੇ ਅਸੈਂਬਲੀ ਦੋਨਾਂ ਦੇ ਵਿੱਚ ਰਿਪੋਰਟ ਕਰਨੀ ਪਿਆ ਕਿ ਉਹ ਰਿਪੋਰਟ ਹਰ ਸਾਲਾਨਾ ਰਿਪੋਰਟ ਉਹਦੇ 'ਚ ਲੇ ਡਾਊਨ ਹੋਇਆ ਕਰੇਗੀ। ਮਤਲਬ ਉਹਦੀ ਵਿਧਾਨ ਸਭਾ ਦੀ ਜਿਹੜੀ ਤਾਕਤ ਹੈ ਉਹਨੂੰ ਇਸ ਆਰਡੀਨੈਂਸ ਦੇ ਮੁਕਾਬਲੇ ਬਿੱਲ ਦੇ ਵਿੱਚ ਮੰਨ ਲਿਆ ਗਿਆ। ਦੂਜੀ ਗੱਲ ਉਹਨਾਂ ਨੇ ਇਹ ਕਰਤੀ ਹੈ ਕਿ ਇਹ ਨਾ ਕੇਂਦਰ ਕੋਲ ਡਾਇਰੈਕਟਲੀ, ਨਾ ਉਹਦੇ ਕੋਲ ਇੱਕ ਲੈਵਲ ਦਾ ਇੱਕ ਰਸਤਾ, ਇੱਕ ਪੜਾਅ ਹੋਰ ਕਰਤਾ। ਉਹਦੇ ਇੱਕ ਅਥਾਰਟੀ ਬਣੇਗੀ ਟਰਾਂਸਪੋਰਟ ਸਰਵਿਸਿਜ਼ ਦੇ ਮਾਮਲੇ ਦੇ ਵਿੱਚ। ਉਹ ਅਥਾਰਟੀ ਦੇ ਵਿੱਚ ਚੀਫ ਮਿਨਿਸਟਰ ਵੀ ਹੋਏਗਾ ਤੇ ਉਹ ਅਥਾਰਟੀ 'ਚ ਹੋਮ ਸੈਕਟਰੀ ਹੋਏਗਾ ਤੇ ਚੀਫ ਸੈਕਟਰੀ ਹੋਏਗਾ, ਜਿਹੜੇ ਵੀ ਮੇਨ ਕੇਂਦਰ ਸਰਕਾਰ ਦੇ ਦਾਇਰੇ ਦੇ। ਉਹ ਅਥਾਰਟੀ ਰਿਕਮੈਂਡ ਕਰਕੇ ਭੇਜਿਆ ਕਰੇਗੀ, ਫਾਈਨਲ ਅਥਾਰਟੀ LG ਹੈ। ਹਜੇ LG ਡਿਸਾਈਡ ਕਰੂਗਾ ਕਿ ਕਿਹਦਾ, ਪਰ ਉਹਦੇ ਵਿੱਚ ਇਹ ਸਰਕਾਰ ਦਾ ਇੱਕ ਸਟੇਕ ਆ ਗਿਆ ਕਿ ਚੀਫ ਮਿਨਿਸਟਰ ਤੇ ਬਾਕੀ ਦੇ ਸੈਕਟਰੀ ਜਿਹੜੇ ਹੋਣਗੇ ਉਹ ਇੱਕ ਅਥਾਰਟੀ ਦੇ ਮੈਂਬਰ ਹੋਣਗੇ। ਹੁਣ ਇਹਦੇ 'ਚ ਬਿਨਾਂ ਸ਼ੱਕ ਇੱਕ ਲੈਵਲ ਦਾ ਹੁਣ ਚੀਫ ਮਿਨਿਸਟਰ ਉਹਨਾਂ ਨਾਲ ਕਿੰਨਾ ਮਿਲਾ ਕੇ ਕਿਵੇਂ ਰੱਖਦੇ ਨੇ ਉਹ ਇੱਕ ਅਲੱਗ ਗੱਲ ਹੈ, ਇੱਕ ਪੜਾਅ ਆ ਗਿਆ। ਤੀਜੀ ਗੱਲ ਇਹਦੇ 'ਚ ਇਹ ਇਨਕਲੂਡ ਹੋ ਗਿਆ ਇੱਕ ਅਮੈਂਡਮੈਂਟ ਦੇ ਵਿੱਚ ਕਿ ਦਿੱਲੀ ਦੀ ਵਿਧਾਨ ਸਭਾ, ਦਿੱਲੀ ਦੇ ਨਾਲ ਜੁੜੀਆਂ ਜਿਹੜੀਆਂ ਸਰਵਿਸਿਜ਼ ਨੇ, ਜਿਹੜੀਆਂ ਕੇਂਦਰ ਸਰਕਾਰ ਕੋਲ ਨਹੀਂ ਆਉਂਦੀਆਂ, ਜਿਹੜੇ ਡਿਪਾਰਟਮੈਂਟ, ਜਿਹੜੇ ਬਾਕੀ ਦੇ ਮਾਮਲੇ ਨੇ, ਉਹਨਾਂ ਸੰਬੰਧੀ ਕਾਨੂੰਨ ਬਣਾਉਣ ਦਾ ਹੱਕ ਰੱਖਦੀ ਹੈ ਕੋਈ ਵੀ ਉਹਨਾਂ ਸੇਵਾਵਾਂ ਦੇ ਮਾਮਲੇ ਦੇ ਵਿੱਚ। ਇਹ ਤਿੰਨ ਚੀਜ਼ਾਂ ਆਰਡੀਨੈਂਸ ਦੇ ਵਿੱਚੋਂ ਕੱਢ ਦਿੱਤੀਆਂ ਨੇ, ਜਿਹੜੀਆਂ ਪਹਿਲਾਂ ਨਹੀਂ ਸੀ, ਜਿਹੜੀਆਂ ਬਿੱਲ ਦੇ ਵਿੱਚ ਚਲੀਆਂ ਗਈਆਂ ਨੇ ਹੁਣ। ਔਰ ਇਹਦੇ ਨਾਲ ਹੋ ਸਕਦਾ ਇਹਦੇ ਚ ਦਬਾਅ ਸੁਪਰੀਮ ਕੋਰਟ ਦਾ ਹੀ ਹੋਵੇ, ਕੋਈ ਕਨਸਟੀਟਿਊਸ਼ਨਲ ਪੁਆਇੰਟ ਬਣਦਾ ਹੋਵੇ ਤੇ ਉਹ ਕਨਸਟੀਟਿਊਸ਼ਨਲ ਪੁਆਇੰਟ ਦੇ ਦਬਾਅ ਦੇ ਹੇਠ ਕਿ ਉਹ ਜਿਹੜਾ ਸੰਵਿਧਾਨਕ ਬੈਂਚ ਕੋਲ ਚਲਾ ਗਿਆ ਕਿਤੇ ਖਾਰਜ ਨਾ ਹੋ ਜਾਏ ਇਸ ਪੱਧਰ ਦੇ ਉੱਤੇ, ਉਹ ਸ਼ਾਇਦ ਰਾਇਆਂ ਦੇ ਦਬਾਅ ਦੇ ਹੇਠ ਇਹ ਕੀਤਾ। ਆਪੋਜੀਸ਼ਨ ਦਾ ਵੀ ਇੱਕ ਦਬਾਅ ਹੈਗਾ ਹੀ ਹੈ, ਜਦੋਂ ਆਪੋਜੀਸ਼ਨ ਇੱਕ ਏਜੰਡੇ ਤੇ ਲੜਦੀ ਹੈ ਥੋੜਾ ਜਿਹਾ ਫੈਡਰਲ ਸਟਰਕਚਰ ਤੇ ਕੰਪੈਰੇਟਿਵਲੀ, ਤਾਂ ਇਹਦਾ ਅਸਰ ਵੀ ਸ਼ਾਇਦ ਬੀਜੇਪੀ ਨੂੰ ਦਿਖਾਈ ਦੇਣਾ ਸ਼ੁਰੂ ਕਿਤਨਾ ਕਿਤੇ ਹੋਇਆ ਹੋਏਗਾ। ਇਹ ਦੋਏ ਗੱਲਾਂ ਦਾ ਦਬਾਅ ਹੋ ਸਕਦਾ, ਔਰ ਤੀਜੀ ਗੱਲ ਤਾਂ ਕੋਈ ਨਜ਼ਰ ਨਹੀਂ ਆ ਰਹੀ ਜਿਹਦੇ ਕਰਕੇ ਇਹਦੇ ਵਿੱਚ ਕੋਈ ਅਮੈਂਡਮੈਂਟ ਕੀਤੀ ਹੋਵੇ। ਮੈਨੂੰ ਠੀਕ ਲੱਗ ਰਿਹਾ ਸਰਦਾਰ ਹਰਮੀਤ ਸਿੰਘ ਜੀ ਤੁਹਾਡੀ ਗੱਲ ਕਿ ਕਈ ਵਾਰੀ ਤੁਹਾਨੂੰ ਸੰਵਿਧਾਨਕ ਮਾਹਿਰ ਵੀ ਇਹ ਦੱਸਦੇ ਆ ਕਿ ਕੱਲ ਨੂੰ ਜਾ ਕੇ ਸੁਪਰੀਮ ਕੋਰਟ 'ਚ ਫਸੋਗੇ, ਤੁਸੀਂ ਅਸੈਂਬਲੀ ਜਿਹੜੀ ਸੰਵਿਧਾਨ ਦੇ ਦਾਇਰਿਆਂ ਦੇ ਵਿੱਚ ਸਭ ਤੋਂ ਤਾਕਤਵਰ ਜਮਾਤ ਹੈ, ਲੋਕਾਂ ਦੀ ਚੋਣ ਹੁੰਦੀ ਆ ਔਰ ਲੋਕਾਂ ਦੁਆਰਾ ਚੁਣ ਕੇ ਭੇਜੇ ਪ੍ਰਤੀਨਿਧ, ਉਹਨੂੰ ਤੁਸੀਂ ਬਿਲਕੁਲ ਅੱਖੋਂ-ਓਲੇ ਨਹੀਂ ਕਰ ਸਕਦੇ, ਉਹਦੀਆਂ ਤਾਕਤਾਂ ਨਾਲ ਖਿਲਵਾੜ ਨਹੀਂ ਕਰ ਸਕਦੇ। ਇਸ ਨਜ਼ਰੀਏ ਤੋਂ ਕਿ ਕੱਲ ਨੂੰ ਕਿਧਰੇ ਜਾ ਕੇ ਫਸ ਨਾ ਜਾਈਏ ਔਰ ਕੱਲ ਨੂੰ ਕੋਈ ਉਲਟ ਫੈਸਲਾ ਨਾ ਆਵੇ, ਜਾਂ ਇਹੀ ਆਧਾਰ ਬਣ ਕੇ ਬਹੁਤ ਸਾਰੇ ਰਾਜ ਹੋਰ ਨਾਲ ਨਾ ਤੁਰ ਪੈਣ ਇੰਡੀਆ ਵਾਲੇ ਗੱਠਜੋੜ ਦੇ। ਇਸ ਕਰਕੇ ਇਹਦੇ ਵਿੱਚ ਜਿਹੜੀ ਸੋਧ ਹੈ ਮੇਰੇ ਖਿਆਲ ਥੋੜੀ ਜਿਹੀ ਰਾਹਤ ਕੇਜਰੀਵਾਲ ਸਾਹਿਬ ਨੂੰ ਮਿਲ ਗਈ। ਸਰਦਾਰ ਜਗਤਾਰ ਸਿੰਘ ਜੀ, ਇਸੇ ਵੇਲੇ ਜਦੋਂ ਸਰਦਾਰ ਹਰਮੀਤ ਸਿੰਘ ਜੀ ਗੱਲ ਕਰ ਰਹੇ ਸੀ, ਮੈਂ ਨੀਚੇ ਦੇਖ ਰਿਹਾ ਸੀ, ਮੈਂ ਟਵਿੱਟਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਰੇਲ ਮਿਨਿਸਟਰ ਅਸ਼ਵਨੀ ਵੈਸ਼ਨਵ ਨੂੰ ਮਿਲਣ ਦਾ ਉਹ ਫੋਟੋ ਹੈ, ਨਾਲ ਉਹਨਾਂ ਦੇ ਪਰਮਹੰਸ ਸਿੰਘ ਬੰਟੀ ਰਮਾਣਾ ਨੇ। ਮੰਗ ਬੜੀ ਮੈਨੂੰ ਅਟਪਟੀ ਲੱਗ ਰਹੀ ਆ। ਆਮ ਤੌਰ ਤੇ ਸਾਡੀ ਲੀਡਰਸ਼ਿਪ ਮਿਲਣ ਜਾਂਦੀ ਹੁੰਦੀ ਆ, ਸਾਨੂੰ ਕੋਈ ਪ੍ਰੋਜੈਕਟ ਦੇ ਦਿਓ, ਸਾਨੂੰ ਕੋਈ
6 ਮਾਰਗੀ ਲੇਨ ਦੇ ਦਿਓ, ਕੋਈ ਸਾਨੂੰ ਰੇਲ ਪਟੜੀ ਦੇ ਦਿਓ। ਅਜੇ ਤੱਕ ਮੈਨੂੰ ਯਾਦ ਹੈ ਕਾਦੀਆਂ ਵਾਲੀ ਵੀ ਉਦਾਂ ਹੀ ਫਸੀ ਹੋਈ ਆ। ਪ੍ਰਤਾਪ ਸਿੰਘ ਬਾਜਵਾ ਨੇ ਬੜਾ ਯਤਨ ਕਰਕੇ ਉਹਦੇ ਤੇ ਕੰਮ ਸ਼ੁਰੂ ਕਰਾਇਆ। ਬੜਾ ਚਿਰ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਿਲਾਉਣ ਵਾਲੀ ਪਤਾ ਨਹੀਂ ਹੁਣ ਚੱਲ ਪਈ ਹੈ ਕਿ ਨਹੀਂ ਰੇਲ ਲਾਈਨ, ਲੇਕਿਨ ਇਸੇ ਤਰ੍ਹਾਂ ਇਹ ਜਿਹੜੀ ਵਾਇਆ ਪੱਟੀ ਫਿਰੋਜ਼ਪੁਰ ਨੂੰ ਅੰਮ੍ਰਿਤਸਰ ਤੋਂ, ਇਹ ਵੀ ਬੜੀ ਦੇਰ ਦੀ ਮੰਗ ਹੈ। ਮੈਨੂੰ ਯਾਦ ਹੈ ਹਰਜਾਪ ਸਿੰਘ ਔਜਲਾ ਜਿਹੜੇ ਇੰਜੀਨੀਅਰ ਨੇ ਪੇਸ਼ੇ ਪੱਖੋਂ, ਅਮਰੀਕਾ ਦੇ ਵਿੱਚ ਰਹਿਣ ਵਾਲੇ ਨੇ, ਔਰ ਅਕਸਰ ਉਹ ਅੱਧੇ ਸਾਲ ਤੋਂ ਵੱਧ ਇੱਥੇ ਆ ਕੇ ਇਹਨਾਂ ਮਾਮਲਿਆਂ ਦੇ ਉੱਤੇ ਚਿੱਠੀਆਂ ਲਿਖਦੇ ਰਹੇ ਨੇ। ਇਸ ਮਾਮਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਅਪਰੋਚ ਨੂੰ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਕਿਵੇਂ ਦੇਖ ਰਹੇ ਹੋ? ਉਹ ਕੁਝ ਇੱਕ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ, ਇਸ ਰੇਲ ਲਿੰਕ ਦੇ ਉੱਪਰ ਹੀ ਵੈਸ਼ਨਵ ਸਭ ਨੂੰ ਮਿਲ ਕੇ ਕੋਈ ਮੰਗ ਰੱਖ ਰਹੇ ਨੇ? ਕਿਤੇ ਇਹ ਤਾਂ ਨਹੀਂ ਕਹਿ ਰਹੇ ਵੀ ਇਹਨੂੰ ਰੋਕ ਹੀ ਦਿਓ ਜੀ, ਪਿੰਡਾਂ ਨੂੰ ਇਹਦਾ ਕੱਟ ਦਿਓ ਜੀ ਅੱਧ ਚੋਂ ਲਾਈਨ, ਇਹੀ ਉਹ ਕਹਿ ਰਹੇ ਨੇ ਸ਼ਾਇਦ। ਔਰ ਇਹਦਾ ਪਾਣੀ ਦੇ ਵਹਾਅ ਦੇ ਵੀ ਉਲਟ ਜਾਂਦਾ ਹੈ ਜੀ, ਇਹਨੂੰ ਨਹੀਂ ਕਰਨਾ ਚਾਹੀਦਾ ਜੀ, ਇਹ ਕਹਿ ਰਹੇ ਆ। ਅਜੀਬ ਜੀ ਮੰਗ ਹੈ, ਮੈਨੂੰ ਸਮਝਾਓ ਜ਼ਰਾ, ਹੋ ਕੀ ਰਿਹਾ ਜੀ? ਮੈਂ ਪਹਿਲਾਂ ਇੱਕ ਮਿੰਟ ਦਿੱਲੀ ਦੀ ਗੱਲ ਕਰ ਮੁਕਾ ਗਿਆ ਜੀ। ਦਿੱਲੀ ਸੈਮੀ ਸਟੇਟ ਹੈ, ਸੋ ਬਾਕੀ ਹਿੰਦੁਸਤਾਨ ਤੋਂ ਇਹ ਵੱਖਰੀ ਹੈ। ਇਹ ਸਟੇਟ ਫੁੱਲ ਸਟੇਟਹੁੱਡ ਦੀ ਮੰਗ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਰਦੀ ਰਹੀ ਹੈ। ਹੁਣ ਪਤਾ ਨਹੀਂ ਕਿਉਂ ਇਹਨਾਂ ਨੇ ਕਰਨੀ ਬੰਦ ਕਰਤੀ ਅੱਜ ਕੱਲ੍ਹ। ਸੋ ਅੱਧੇ ਇੱਕ ਡਿਪਾਰਟਮੈਂਟ ਦਿੱਲੀ ਦੇ ਆਲਰੇਡੀ ਸੈਂਟਰਲ ਗੌਰਮੈਂਟ ਕੋਲੇ ਹੈ, ਅੱਧੇ ਤੇ ਇਹ ਸੈਮੀ ਸਟੇਟ ਦਾ ਸੀਐਮ ਇਹਨਾਂ ਦੇ ਕੋਲੇ ਹੈ। ਸੋ ਇੱਕ ਉਹ ਵੀ ਇਹਦਾ ਐਸਪੈਕਟ ਹੈ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਸ ਵੇਲੇ ਕੇਸ ਹੈ, ਉਹਦੇ ਵਿੱਚ ਉਹ ਇਹ ਵੀ ਸਕਰੂਟੀਨਾਈਜ਼ ਕਰ ਰਹੇ ਆ ਕਿ ਕੀ ਪਾਰਲੀਮੈਂਟ ਕੋਲ ਇਸ ਵੇਲੇ ਇਹ ਬਿੱਲ ਪਾਸ ਕਰਨ ਦੀ ਪਾਵਰ ਹੈ, ਜਦੋਂ ਕਿ ਆਰਡੀਨੈਂਸ ਹੀ ਚੈਲੰਜ ਹੋ ਚੁੱਕਿਆ ਹੈ ਕੰਸਟੀਟਿਊਸ਼ਨਲ ਬੈਂਚ ਦੇ ਕੋਲੇ। ਸੋ ਇਸੇ ਕਰਕੇ ਇਹ ਇਸ਼ੂ ਸਿਰਫ ਗਵਰਨੈਂਸ ਇਸ਼ੂ ਰਿਡਿਊਸ ਹੋ ਕੇ ਰਹਿ ਗਿਆ ਹੈ। ਜਿਹੜਾ ਫੈਡਰਲ ਇਸ਼ੂਜ਼ ਹੁੰਦੇ ਆ ਉਹ ਬਹੁਤ ਬਰਾਡਰ ਹੁੰਦੇ ਆ। ਸੋ ਇਹ ਨੈਰੋ ਡਾਊਨ ਹੋ ਗਿਆ ਟੂ ਗਵਰਨੈਂਸ। ਆਪਾਂ ਹੁਣ ਆਉਂਦੇ ਆ ਸਰਦਾਰ ਸਤਵੀਰ ਸਿੰਘ ਦੀ ਅੱਜ ਦੀ ਬੜਾ ਕਮਾਲ ਦਾ ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਵੈਸ਼ਨੋ ਮੋਰਾਨਾ ਯੂਨੀਅਨ ਰੇਲਵੇ ਮਿਨਿਸਟਰ ਨਾਲ। ਇਹਨਾਂ ਦੇ ਨਾਲ ਸਿਰਫ ਇੱਕ ਲੀਡਰ ਹੋਰ ਸੀ, ਪਰਮਬੰਦ ਸਿੰਘ ਬੰਟੀ ਰਵਾਣਾ। ਉਹ ਅੱਜ ਕੱਲ੍ਹ ਸ਼ਾਇਦ ਉਹੀ ਇਹਨਾਂ ਦੇ ਨਾਲ ਹੁੰਦੇ ਆ। ਨਵੀਂ ਜਨਰੇਸ਼ਨ ਹੈ, ਠੀਕ ਹੈ, ਨਵੀਂ ਜਨਰੇਸ਼ਨ ਨੂੰ ਅੱਗੇ ਲਿਆ ਰਹੇ ਆ, ਬੜੀ ਵਧੀਆ ਗੱਲ ਹੈ। ਇਹ ਡਿਮਾਂਡ ਲੈ ਕੇ ਗਏ ਆ ਕਿ ਸਾਨੂੰ ਆਹ ਪ੍ਰੋਜੈਕਟ ਨਹੀਂ ਚਾਹੀਦਾ। ਪ੍ਰੋਜੈਕਟ ਹੈ ਅੰਮ੍ਰਿਤਸਰ ਫਿਰੋਜ਼ਪੁਰ ਰੇਲ ਲਿੰਕ ਵਾਇਆ ਪੱਟੀ। ਪੱਟੀ ਤੱਕ ਰੇਲਵੇ ਲਾਈਨ ਆਲਰੇਡੀ ਹੈਗੀ ਆ। ਅੰਮ੍ਰਿਤਸਰ ਖੇਮਕਰਨ ਲਾਈਨ ਉਹ ਵਾਇਆ ਪੱਟੀ ਜਾਂਦੀ ਹੈ। ਪੱਟੀ ਫਿਰੋਜ਼ਪੁਰ ਰੇਲ ਲਿੰਕ ਬਹੁਤ ਪੁਰਾਣੀ ਮੰਗ ਰਹੀ ਹੈ। ਜੇ ਇਹ ਰੇਲਵੇ ਲਾਈਨ ਕੰਪਲੀਟ ਹੋ ਜਾਂਦੀ ਹੈ ਤੇ ਇਹਦੇ ਨਾਲ ਅੰਮ੍ਰਿਤਸਰ ਤੇ ਫਿਰੋਜ਼ਪੁਰ ਦਾ ਡਿਸਟੈਂਸ ਬਹੁਤ ਘੱਟ ਜਾਂਦਾ ਤੇ ਦੋ ਪਿੰਡਾਂ ਦਾ ਵਿੱਚੋਂ ਜ਼ਮੀਨ ਦਾ ਰੌਲਾ ਹੈ ਲੈਂਡ ਅਕਵਾਇਰ ਕਰਨ ਦਾ। 2013 ਦੇ ਵਿੱਚ ਇਹ ਪ੍ਰੋਜੈਕਟ ਪਵਨ ਬਾਂਸਲ ਉਦੋਂ ਰੇਲਵੇ ਮਿਨਿਸਟਰ ਹੁੰਦੇ ਸੀਗੇ, ਉਹਨਾਂ ਨੇ ਸੈਕਸ਼ਨ ਕਰਵਾਇਆ ਸੀਗਾ ਤੇ ਕੁਛ ਮਹੀਨੇ ਪਹਿਲਾਂ ਇਹ ਕਲੀਅਰ ਹੋ ਗਿਆ ਸੀਗਾ ਸਾਰਾ ਕਿ ਲੈਂਡ ਵਗੈਰਾ ਅਕਵਾਇਰ ਕਰਨੀ ਹੋ ਰਹੀ। ਤੇ ਸਡਨਲੀ ਅੱਜ ਸੁਖਬੀਰ ਸਿੰਘ ਜੀ ਪਹੁੰਚ ਗਏ, ਇਹ ਮੰਗ ਲੈ ਗਏ ਕਿ ਇਹ ਪ੍ਰੋਜੈਕਟ ਵਿਡਰਾ ਕਰ ਲਓ, ਕਿਉਂਕਿ ਇਹ ਸਾਡੇ ਪਿੰਡਾਂ ਵਾਲੇ ਦੀ ਜ਼ਮੀਨ ਖਰਾਬ ਹੁੰਦੀ ਹੈ ਤੇ ਨਾਲ ਇਹਦੇ ਪਾਣੀ ਦਾ ਫਲੋ ਰੁਕਦਾ। ਪਾਣੀ ਦੇ ਫਲੋ ਤਾਂ ਰੇਲਵੇ ਲਾਈਨਾਂ ਜਦੋਂ ਕੱਢਦੇ ਆ ਉਹਦੇ ਥੱਲੇ ਸਿਸਟਮ ਬਣ ਜਾਂਦਾ ਹੁੰਦਾ, ਉਹਦਾ ਕੋਈ ਰੌਲਾ ਨਹੀਂ ਹੁੰਦਾ। ਤੇ ਮੈਨੂੰ ਇਸ ਕਰਕੇ ਸਮਝ ਨਹੀਂ ਆਉਂਦੀ ਇਹਨਾਂ ਦੀ ਇਹ ਕਰਨਾ ਕੀ ਚਾਹੁੰਦੇ ਆ, ਇਹ ਪ੍ਰੋਜੈਕਟ ਕਿਉਂ ਬਣ ਨਹੀਂ ਦੇਣਾ ਚਾਹੁੰਦੇ। ਇੱਕ ਨਾਲ ਇਹ ਵੀ ਖਬਰਾਂ ਛਪੀਆਂ ਹੋਈਆਂ ਸੀ ਪਹਿਲਾਂ ਕਿ ਲੋਕ ਕੰਪਨਸੇਸ਼ਨ ਜ਼ਿਆਦਾ ਮੰਗ ਰਹੇ ਆ। ਇਹ ਨਾਰਮਲ ਹੈ, ਜਦੋਂ ਹਾਈਵੇਜ਼ ਨਿਕਲਦੇ ਆ, ਤੁਹਾਡਾ ਗ੍ਰੀਨ ਹਾਈਵੇ ਟੂ ਅੰਮ੍ਰਿਤਸਰ ਜਿਹੜਾ ਮਾਲਵੇ ਵਿੱਚੋਂ ਜਾ ਰਿਹਾ ਹੈ, ਇਹਦੇ ਆਪਾਂ ਨੂੰ ਦੇਖਦੇ ਕਿੰਨੀ ਦੇਰ ਸਟਰਗਲ ਚੱਲੀ ਹੈ ਤੇ ਕੰਪਨਸੇਸ਼ਨ ਜ਼ਿਆਦਾ ਲੈ ਲਿਆ। ਜੇ ਇਹ ਵੀ ਮੰਗ ਕੰਪਨਸੇਸ਼ਨ ਦੀ ਹੈ ਤਾਂ ਉਹ ਸਾਰਟ ਆਊਟ ਕਿਤੇ ਕਿਸੇ ਲੈਵਲ ਤੇ ਹੋ ਜਾਏਗੀ। ਲੇਕਿਨ ਇਹ ਕਹਿਣਾ ਕਿ ਪ੍ਰੋਜੈਕਟ ਕੈਂਸਲ ਕਰ ਦਿਓ, ਮੈਂ ਪਹਿਲੀ ਵਾਰੀ ਸੁਣਿਆ। ਮੈਂ ਕਦੇ ਕੋਈ ਲੀਡਰ ਇਹ ਇਸ਼ੂ ਲੈ ਕੇ ਨਹੀਂ ਜਾਂਦਾ। ਚਾਹੀਦਾ ਤਾਂ ਇਹ ਸੀਗਾ ਇੱਕ ਹੋਰ ਪ੍ਰੋਜੈਕਟ ਹੈ ਜਿਹੜਾ ਪ੍ਰਾਇੋਰਟੀ ਹੈ, ਜਿਹਦੇ ਬਾਰੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਮੇਰੇ ਖਿਆਲ ਕਦੇ ਗੱਲ ਹੀ ਨਹੀਂ ਕਰਦੇ, ਜਿਹੜਾ ਸਾਰੇ ਮਾਲਵੇ ਨੂੰ ਚੰਡੀਗੜ੍ਹ ਦੇ ਨਾਲ ਜੋੜਦਾ ਹੈ। ਉਹ ਹੈ ਮੁਹਾਲੀ ਟੂ ਰਾਜਪੁਰਾ 18 ਕਿਲੋਮੀਟਰ ਦੀ ਰੇਲਵੇ ਲਾਈਨ ਹੈ ਜਿਹੜੀ ਫਸੀ ਹੋਈ ਹੈ। ਵਾਰ-ਵਾਰ ਇਹ ਧਰਮਵੀਰ ਗਾਂਧੀ ਹੋਰਾਂ ਨੇ ਬੜੀ ਵਾਰੀ ਉਠਾਇਆ ਸੀਗਾ MP ਹੋਣ ਦੇ ਨਾਤੇ ਲੋਕ ਸਭਾ ਦੇ ਵਿੱਚ ਜੀ। ਇਹਨਾਂ ਨੇ ਮੈਨੂੰ ਤਾਂ ਯਾਦ ਨਹੀਂ ਕਦੇ ਅਕਾਲੀ ਦਲ ਨੇ ਕਦੇ ਇਸ਼ੂ ਟੇਕਅਪ ਕੀਤਾ ਹੋਵੇ। ਇਸ਼ੂ ਤਾਂ ਇਹ ਟੇਕਅਪ ਕਰਨਾ ਚਾਹੀਦਾ ਸੀ ਬਈ ਇਹ ਪ੍ਰੋਜੈਕਟ ਵਿੱਚੇ ਫਸਿਆ ਹੋਇਆ ਹੈ, ਤੁਸੀਂ ਸਿਰੇ ਲਾਓ। ਤੁਸੀਂ ਰਾਜਸਥਾਨ ਤੱਕ ਤਾਂ ਏਰੀਆ ਚੰਡੀਗੜ੍ਹ ਦੇ ਨਾਲ ਜੁੜ ਜਾਂਦਾ ਇਹਦੇ ਨਾਲ, ਔਰ ਫਾਸਟਰ ਕਮਿਊਨੀਕੇਸ਼ਨ ਹੈ।
ਇਹ ਨਹੀਂ ਕਰ ਰਹੇ। ਕੁਐਸਚਨ ਮਾਰਕ ਹੈ, ਕਿਉਂਕਿ ਰਾਜਪੁਰਾ ਰੇਲਵੇ ਲਾਈਨ ਥਰਮਲ ਤੱਕ ਆਉਂਦੀ ਹੈ। ਥਰਮਲ ਤੋਂ ਮੋਹਾਲੀ ਤੱਕ 15 ਕੇ 18 ਕਿਲੋਮੀਟਰ ਦਾ ਡਿਸਟੈਂਸ ਰਹਿ ਜਾਂਦਾ। ਆਲਰੇਡੀ ਇੱਕ ਟੋਟਾ ਬਣਿਆ ਹੋਇਆ। ਮੋਹਾਲੀ ਤੋਂ ਚੰਡੀਗੜ੍ਹ ਲਾਈਨ ਹੈ ਕਿ ਲੁਧਿਆਣੇ ਵਾਲੀ, ਉੱਥੇ ਲਿੰਕ ਕਰਨਾ ਹੈ। ਉਹ ਇਸ਼ੂ ਛੱਡ ਕੇ ਇੱਕ ਪ੍ਰੋਜੈਕਟ ਬੰਦ ਕਰਵਾ ਰਹੇ। ਇਹਦਾ ਜਵਾਬ ਤਾਂ ਇਹੀ ਦੇ ਸਕਦੇ ਮੇਰੇ ਖਿਆਲ ਦੇ ਵਿੱਚ। ਉਹ ਮੰਗ ਤਾਂ ਲੋਕਾਂ ਦੀ ਸ਼ੁਰੂ ਤੋਂ ਹੈਗੀ ਹੈ, ਲੇਕਿਨ ਪ੍ਰੋਜੈਕਟ ਕੈਂਸਲ ਕਰਵਾਉਣਾ ਜਿਹਦੀ ਮੰਗ ਇੰਨੀ ਪੁਰਾਣੀ ਰਹੀ ਹੋਵੇ, ਉਹ ਕੁਐਸਚਨ ਮਾਰਕ ਹੈ। ਮੈਨੂੰ ਲੱਗਦਾ ਸੁਖਬੀਰ ਸਿੰਘ ਜੀ ਨੂੰ ਸ਼ਾਇਦ ਹੁਣ ਆਦਤ ਪੈ ਗਈ ਕੁਝ ਫੈਸਲੇ ਗਲਤ ਲੈਣ ਦੀ। ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਇਹਦੇ ਤੇ ਜੇ ਗੱਲ ਕਰਨੀ ਚਾਹੋ ਤਾਂ ਵੈਲਕਮ। ਅਦਰਵਾਈਜ਼ ਜਿਹੜਾ ਮਸਲਾ ਤੁਸੀਂ ਉਠਾ ਰਹੇ ਸੀਗੇ ਉਹ ਮਸਲਾ ਵੀ ਬਹੁਤ ਅਹਿਮ ਆ ਕਿ ਆਖਰ NIA ਦੇ ਨਿਸ਼ਾਨੇ ਤੇ ਖਾਲਸਾ ਏਡ ਕਿਉਂ? ਵੈਸੇ ਤਾਂ ਜਿਹੜਾ ਸੁਖਬੀਰ ਬਾਦਲ ਉਹਨਾਂ ਦਾ ਤਾਂ ਡਿਵੈਲਪਮੈਂਟ ਦੀ ਅਪਰੋਚ ਦਾ ਕੁਐਸਚਨ ਹੈ। ਮੈਨੂੰ ਲੱਗਦਾ ਕਿ ਓਵਰਆਲ ਡਿਵੈਲਪਮੈਂਟ ਦੇ ਜੋ ਅਪਰੋਚ ਤੇ ਸੋਚਣਾ ਚਾਹੀਦਾ ਕਿ ਕੀ ਉਹ ਸਿੱਖ ਫਿਲਾਸਫੀ ਮੁਤਾਬਕ ਡਿਵੈਲਪਮੈਂਟ ਦੀ ਅਪਰੋਚ ਤੇ ਚੱਲ ਰਹੇ ਨੇ, ਜਾਂ ਉਹਨਾਂ ਨੂੰ ਕਿਤੋਂ ਹੋਰ ਤੁਰ ਫਿਰ ਕੇ ਜਿਹੋ ਜੀ MBA ਕੀਤੀ ਹੈ ਤੇ ਉਸ ਲੈਵਲ ਦੀ ਮੈਨੇਜਮੈਂਟ ਟਾਈਪ ਦੀ ਅਪਰੋਚ ਹੈ। ਉਹਦੇ 'ਚ ਗੜਬੜ ਹੈ। ਵੱਡਾ ਮਾਮਲਾ ਉਹ ਹੈ ਸਾਰਾ, ਜੇ ਪੰਜਾਬ ਦੀ ਡਿਵੈਲਪਮੈਂਟ ਕਿਹੋ ਜਿਹੀ ਹੋਣੀ ਚਾਹੀਦੀ ਹੈ ਇੰਡੀਜੀਨੀਅਸ ਤਰੀਕੇ ਤੋਂ, ਉਹਦੇ ਤੇ ਕਦੇ ਮੰਥਨ ਹੀ ਨਹੀਂ ਹੋਇਆ। ਇਸ ਲਈ ਇਹੋ ਜਿਹੀਆਂ ਗੱਲਾਂ ਸੁਭਾਵਕ ਨੇ ਜਿਹੜੀਆਂ ਹੋਣਗੀਆਂ। ਜਦੋਂ ਤੁਸੀਂ ਮੇਨ ਰਸਤੇ ਤੋਂ ਭਟਕਦੇ ਹੋ ਤਾਂ ਇਹ ਚੀਜ਼ਾਂ ਹੋ ਜਾਂਦੀਆਂ ਨੇ, ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਨੇ ਰਹਿ ਜਾਂਦੀਆਂ ਨੇ, ਤੇ ਜਿਹੜੀਆਂ ਨਹੀਂ ਕਰਨ ਵਾਲੀਆਂ ਹੁੰਦੀਆਂ ਉੱਥੇ ਤੁਸੀਂ ਉਹ ਟਰਾਈ ਕਰਦੇ ਹੋ ਜਿਹੜੀਆਂ ਚੀਜ਼ਾਂ ਨੇ। ਪਰ ਸਰਦਾਰ ਹਰਮੀਤ ਸਿੰਘ ਜੀ, ਇੱਕ ਛੋਟੀ ਜਿਹੀ ਬੇਨਤੀ ਇਹਦੇ 'ਚ ਹੋਰ ਹੈ। ਜੇ ਸੁਖਬੀਰ ਸਿੰਘ ਬਾਦਲ ਆਪ ਬਚ ਕੇ ਆਪਣੇ ਕਿਸੇ ਹੋਰ ਲੀਡਰ ਦੀ ਡਿਊਟੀ ਲਾ ਦਿੰਦੇ ਇਸ ਕੰਮ ਲਈ, ਆਪ ਫੋਨ ਕਰ ਦਿੰਦੇ ਕਿ ਸਾਡੇ ਬੰਦੇ ਆ ਰਹੇ ਸੁਣ ਲਓ ਇਹਨਾਂ ਨੂੰ, ਜਾਂ ਉਹਨਾਂ ਦੀ ਧਰਮ ਸੁਪਤਨੀ ਹੀ ਚਲੇ ਜਾਂਦੇ ਕਿ ਇਹਨਾਂ ਲੋਕਾਂ ਨੂੰ ਸੁਣ ਲਓ, ਇਹਨਾਂ ਦੇ ਮਸਲੇ ਹੱਲ ਕਰੋ, ਤੇ ਮੈਨੂੰ ਲੱਗਦਾ ਕਿ ਸ਼ਾਇਦ ਅਕਾਲੀ ਦਲ ਦੇ ਪ੍ਰਧਾਨ ਨਾਲ ਪਾਰਟੀ ਦਾ ਪੂਰਾ ਇੱਕ ਔਰਾ ਵੀ ਚੱਲਦਾ ਹੈ ਤੇ ਉਹ ਬਚਾਅ ਥੋੜਾ ਜਿਹਾ ਹੋ ਜਾਂਦਾ ਹੁੰਦਾ। ਪਤਾ ਨਹੀਂ, ਅਜੇ ਤਾਂ ਮੈਨੂੰ ਲੱਗਦਾ ਮੰਤਰੀ ਇਹਨਾਂ ਨੂੰ ਹੀ ਮਿਲ ਲੈਂਦੇ ਨੇ, ਬਹੁਤ ਗਨੀਮਤ ਹੈ। ਤੇ ਬਾਕੀਆਂ ਦਾ ਤਾਂ ਲੈਵਲ ਹੀ ਨਹੀਂ ਬਚਿਆ ਜਿਹਨੂੰ ਮਿਲਣ ਹਜੇ ਤੱਕ। ਜਦੋਂ ਉਹ ਵੀ ਤਾਕਤ ਨਾਲ ਹੁੰਦੀ ਆ ਵੀ ਪ੍ਰਧਾਨ ਫੋਨ ਕਰਦਾ ਫਲਾਨਾ ਆਏਗਾ, ਔਰ ਹਜੇ ਤਾਂ ਸਾਰੀ IGPC ਬਹਿ ਗਈ ਜਿਹੜੀ ਜਿਹਨੂੰ ਹੋਮ ਮਿਨਿਸਟਰ ਮੀਟਿੰਗ ਨਹੀਂ ਦੇ ਰਿਹਾ, ਜਿਹਨੂੰ ਦਿੱਲੀ ਦਾ ਚੀਫ ਮਿਨਿਸਟਰ ਮੀਟਿੰਗ ਨਹੀਂ ਦੇ ਰਿਹਾ, ਜਿਹਨੂੰ ਬਾਕੀ ਨਹੀਂ ਦੇ ਰਿਹਾ। ਜਦੋਂ ਪੋਜੀਸ਼ਨ ਤੁਹਾਡੀ ਡਾਊਨ ਜਾਂਦੀ ਹੈ ਉਦੋਂ ਮਿਲਣਾ ਵੀ, ਖਬਰ 'ਚ ਰਹਿਣਾ ਵੀ, ਇਹ ਵੀ ਇੱਕ ਆਪਦੇ ਆਪ 'ਚ ਪ੍ਰਾਪਤੀ ਮੰਨੀ ਜਾਂਦੀ ਹੈ। ਫਿਰ ਉਹ ਆਪ ਹੀ ਕਿਉਂ ਨਾ ਜਾਣ ਤੇ ਦੂਜੇ ਨੂੰ ਕਿਉਂ ਤੋਰਨ, ਉਨੀ ਖਬਰ ਲਵਾਉਣ ਦੇ ਲਈ ਵੀ। ਇਸ ਕਰਕੇ ਮੈਨੂੰ ਲੱਗਦਾ ਉਹਦੇ 'ਚ ਵੀ ਇਹ ਪ੍ਰੋਬਲਮ ਹੈ, ਓਵਰਆਲ ਜਿਹੜਾ ਸਿਚੁਏਸ਼ਨ ਜਿਹੜੀ ਹੁੰਦੀ ਹੈ। ਦੂਜੀ ਗੱਲ ਜਿਹੜੀ ਖਾਲਸਾ ਏਡ ਦਾ ਸਵਾਲ ਹੈ, ਬਿਨਾਂ ਸ਼ੱਕ ਕਿਉਂਕਿ ਸਾਨੂੰ ਨਹੀਂ ਪਤਾ ਉਹਦੇ ਪੂਰੇ ਸਿਸਟਮ ਦਾ, ਪੂਰੀ ਗੱਲ ਦਾ ਕੀ ਹੈ ਕੀ ਨਹੀਂ ਹੈ। ਦੂਜੀ ਗੱਲ, ਕਈ ਸਿੱਖ ਜਥੇਬੰਦੀਆਂ ਇਲਜ਼ਾਮ ਵੀ ਲਾਉਂਦੀਆਂ ਨੇ। ਹੋ ਸਕਦਾ ਫਾਈਨੈਂਸ਼ੀਅਲ ਕੋਈ ਇਲਜ਼ਾਮ ਹੋਣ ਜਾਂ ਨਾ, ਜਿੰਨਾ ਚਿਰ ਤੱਥਾਂ ਦੇ ਸਹਿਤ ਤੁਸੀਂ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਲਿਆਉਂਦੇ ਉਹਨਾਂ ਚਿਰ ਇਲਜ਼ਾਮ ਹੀ ਰਹਿੰਦਾ, ਤਾਂ ਤੁਸੀਂ ਪ੍ਰੂਫ ਨਹੀਂ ਜਿੰਨਾ ਚਿਰ ਦਿੰਦੇ ਉਹਨਾਂ ਚਿਰ ਇਹ ਚੀਜ਼ਾਂ ਉਵੇਂ ਚੱਲਦੀਆਂ ਨੇ। ਕਿਹੜੇ ਕੰਟਰੀ ਤੋਂ ਤੁਸੀਂ ਫੰਡ ਲੈਣ ਤੇ ਰੋਕ ਲਾਈ ਹੋਈ ਹੈ, ਉੱਥੋਂ ਤੁਸੀਂ ਚੰਦਾ ਇਕੱਠਾ ਕਰਦੇ ਹੋ, ਜਾਂ ਬਾਕੀ ਇਹੋ ਜਿਹੇ ਇਲਜ਼ਾਮ ਨੇ। ਦੂਜਾ ਇਲਜ਼ਾਮ, ਤੁਸੀਂ ਦੂਜਿਆਂ ਕੋਲ ਕਿਉਂ ਜਾਂਦੇ ਹੋ, ਆਪਣੇ ਰਹਿੰਦੇ ਨੇ। ਦੂਜਿਆਂ ਕੋਲ ਤਾਂ ਜਾਣਾ ਮੈਨੂੰ ਲੱਗਦਾ ਇਹ ਹੈ ਕਿ ਜਿੱਥੇ ਵੀ ਜ਼ਿਆਦਾ ਕ੍ਰਾਈਸਿਸ ਹੈ ਤੇ ਉਸ ਕ੍ਰਾਈਸਿਸ ਨੂੰ ਤੁਸੀਂ ਟੋ ਕਰਦੇ ਹੋ। ਸਿੱਖ ਫਿਲਾਸਫੀ ਦਾ ਆਪਣਾ ਇੱਕ ਔਰ ਵੱਡਾ ਦਾਇਰਾ ਹੈ। ਜਿਹੜੇ ਲੋਕ ਇਹ ਕਰਦੇ ਨੇ ਆਪਣੇ ਆਪਣੇ, ਚਲੋ ਇਹਦਾ ਮਤਲਬ ਉਹ ਭਾਈ ਕਨ੍ਹਈਆ ਦੇ ਕਿਰਦਾਰ ਨੂੰ ਤੇ ਬਾਕੀ ਚੀਜ਼ਾਂ ਦੇ ਕਿਰਦਾਰ ਨੂੰ ਮਾਈਨਸ ਕਰਦੇ ਨੇ ਸਿੱਖ ਫਿਲਾਸਫੀ ਦੇ ਵਿੱਚੋਂ। ਉਹ ਤਾਂ ਸਮਝਦਾਰੀ ਦਾ ਕੁਐਸਚਨ ਹੈ, ਇੱਕ ਉਹ ਅਲੱਗ ਗੱਲ ਹੈ। ਪਰ ਖਾਲਸਾ ਏਡ ਦਾ ਵੀ ਜਿਹੜੇ ਕੰਮ ਨੇ, ਬਿਨਾਂ ਸ਼ੱਕ ਬਾਹਰੀ ਜਿਹੜਾ ਔਰਾ ਓਵਰਆਲ ਜਿਹੜਾ ਹੁਣ ਤੱਕ ਬਣਿਆ, ਜਿਹੜਾ ਲੰਮੇ ਸਮੇਂ ਤੋਂ ਇੱਕ ਹੇਠਾਂ ਚਲਾ ਗਿਆ ਸੀ ਸੇਵਾ ਦਾ ਕਨਸੈਪਟ ਤੇ ਸਿੱਖੀ ਦੇ ਮਾਨ ਸਨਮਾਨ ਦੀ ਧਾਰਨਾ, ਇਹਦੇ ਨਾਲ ਪੈਦਾ ਹੋਈ ਹੈ ਵੱਡੇ ਪੱਧਰ ਤੇ। ਦੁਬਾਰਾ ਲੋਕਾਂ ਨੂੰ ਇੱਕ ਲੱਗਿਆ ਕਿ ਹਾਂ, ਦੁਨੀਆ ਭਰ ਦੇ ਵਿੱਚ ਗੱਲ ਇਹ ਹੋਣ ਲੱਗੀ ਹੈ ਕਿ ਨਹੀਂ, ਸਿੱਖਾਂ ਦੇ ਅੰਦਰ ਜਿਹੜੀ ਸੇਵਾ ਦੀ ਧਾਰਨਾ ਹੈ, ਭਾਵਨਾ ਹੈ, ਉਹ ਅਜੇ ਵੀ ਪੂਰੀ ਕਮਿਊਨਿਟੀ ਦੇ ਅੰਦਰ ਪ੍ਰਚਲਿਤ ਹੈ। ਉਹਦੇ 'ਚ ਕੋਈ ਕਮੀ ਨਹੀਂ ਆਈ, ਉਹ ਉਸੇ ਢੰਗ ਨਾਲ ਵਿਚਰ ਰਹੀ। ਦੂਜੀ ਗੱਲ ਜਿਹੜੇ ਉਹ ਪੰਜਾਬ ਦੇ ਵਿੱਚ, ਚਾਹੇ ਹੜ੍ਹਾਂ ਦੇ ਮਾਮਲੇ ਨੇ, ਚਾਹੇ ਸੁਸਾਈਡ ਵਿਕਟਮ, ਮੈਂ ਮਾਲਵੇ ਦੇ ਕਈ ਪਿੰਡ ਦਿਖਾ ਸਕਦਾ ਜਿੱਥੇ ਇੱਕ ਪਿੰਡ 'ਚ 25-25, 30-30 ਘਰ ਬਣਾਏ ਨੇ ਸੁਸਾਈਡ ਵਿਕਟਮ ਪਰਿਵਾਰਾਂ ਦੇ। ਉਹਨਾਂ ਨੇ ਆਹ ਜਿਹੜੇ ਸੱਜਣ ਰੌਲਾ ਪਾਉਂਦੇ ਨੇ, ਇਹਨਾਂ 'ਚੋਂ ਮੇਰੇ ਖਿਆਲ ਇੱਕ ਨਹੀਂ ਗਿਆ ਹੋਣਾ ਕਿਸੇ ਨੇ ਪੰਜੀ ਨਹੀਂ ਦਿੱਤੀ ਕਦੇ ਕਿਸੇ ਨੂੰ। ਜਿਹੜੇ ਵੀ ਬਾਕੀ ਦੀਆਂ ਗੱਲਾਂ ਉਹ ਕਰ ਰਹੇ ਨੇ, ਚਾਹੇ ਉਹ ਜਿਹੜੀਆਂ ਵੱਡੀਆਂ ਸੰਸਥਾਵਾਂ ਵਾਲੇ ਨੇ, ਚਾਹੇ ਉਹ ਪ੍ਰਾਈਵੇਟ ਹੋਰ ਬੰਦੇ ਨੇ ਜਿਹੜੇ ਕਹਿ ਕੇ ਕਲੇਮ ਕਰਨ ਵਾਲੀ ਗੱਲ। ਹੁਣ ਜਿਹੜੇ ਬੰਦਿਆਂ ਲਈ ਤੁਸੀਂ ਕਰ ਰਹੇ ਹੋ, ਫੰਡ ਕਿੱਥੋਂ ਆਉਂਦਾ ਹੈ, ਉਹਦੇ 'ਚ ਤੁਸੀਂ ਕੀ ਕਰ ਰਹੇ ਹੋ, ਗਲਤ ਕਰ ਰਹੇ ਹੋ, ਠੀਕ ਕਰ ਰਹੇ ਹੋ, ਉਹਨੇ ਇਹਦੇ ਨਾਲ ਕੀ ਲੈਣਾ ਨਾ। ਉਹ ਕਹਿੰਦਾ ਮੇਰੀ ਬਾਹ ਫੜ ਰਹੇ ਨੇ ਆ ਕੇ, ਭਾਈ ਸਾਹਿਬ ਇਹ ਚੀਜ਼ਾਂ ਨੇ ਜਿਹੜੀਆਂ ਮੁਸ਼ਕਲ ਦੇ ਵਿੱਚ ਤੁਸੀਂ ਆਹ ਚੀਜ਼ਾਂ ਕਰ ਸਕਦੇ ਹੋ। ਤੁਸੀਂ ਮਾਨਸਾ ਦੇ ਕੋਟ ਧਰਮ ਪਿੰਡ 'ਚ ਚਲੇ ਜਾਓ, ਲਗਭਗ 34 ਘਰ 2-2 ਕਮਰਿਆਂ ਵਾਲੇ ਤੇ ਕਿਚਨ ਸਮੇਤ ਸਾਰੇ ਢੱਕ, ਜਿਹੜੇ ਕੋਲ ਨਹੀਂ ਸੀ ਘਰ, ਸੁਸਾਈਡ ਕਰ ਗਏ ਮੇਨ ਬੰਦੇ, ਸਭ ਦੇ ਬਣਾਏ ਹੋਏ ਨੇ। ਜਾ ਕੇ ਦੇਖ ਸਕਦੇ ਹੋ, ਜਾ ਕੇ। ਹੋਰ ਮੈਂ ਕਿੰਨੇ ਪਿੰਡ ਗਿਣਾ ਸਕਦਾ ਜਿਨ੍ਹਾਂ ਦੇ ਵਿੱਚ ਜਾ ਕੇ ਉਹਨਾਂ ਨੇ ਇਹ ਕੰਮ ਇਸ ਲੈਵਲ ਤੇ ਵੀ ਕੀਤਾ ਹੋਇਆ। ਇਸ ਲਈ ਤੁਸੀਂ
ਸਭ ਤੋਂ ਬੜਾ ਕੁਐਸਚਨ ਹੁਣ ਇਹਦੇ ਚ ਇਹ ਹੈ, ਜੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਵੀ ਹੈ ਉਹਨੂੰ ਫਾਈਨਾਂਸ ਦੇ ਦਾਇਰੇ ਦੇ ਵਿੱਚ ਹੱਲ ਕੀਤਾ ਜਾਂਦਾ, ਉਹ ਕੰਟਰੀ ਤੋਂ ਕੰਟਰੀ ਕਰਨਾ, ਹਰੇਕ ਸਰਕਾਰ ਨੇ ਕਰਨਾ, ਜੋ ਵੀ ਉਹਦੇ ਚ ਲੱਗ ਰਹੀਆਂ ਨੇ। ਔਰ ਜਿਹੜੀ ਸਰਕਾਰ ਬਾਂਹ ਮਰੋੜ ਰਹੀ ਹੈ ਟੋਟਲ ਐਨਜੀਓਜ਼ ਦਾ, ਕੱਲੀ ਖਾਲਸਾ ਏਡ ਦਾ ਇਹ ਕੁਐਸਚਨ ਨਹੀਂ ਹੈ। ਔਰ ਜਿਹੜੇ ਇੱਥੇ ਆ ਕੇ ਇਨਵੈਸਟਮੈਂਟ ਵੀ ਹੁੰਦੀ ਸੀ, ਬਾਕੀ ਚੀਜ਼ਾਂ ਸੀ, ਰਿਸਰਚ ਫਾਊਂਡੇਸ਼ਨਾਂ ਨੇ ਬਾਹਰ ਲੀਆਂ, ਉਹ ਰਿਸਰਚ ਲੈਂਦੇ ਸੀ, ਇਹ ਕਹਿੰਦੇ ਕੰਟਰੀ ਦੇ ਖਿਲਾਫ ਹੈ। ਉਹ ਕਿਹੜੀਆਂ ਨੇ? ਉਹ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਕਿ ਕਾਮਰੇਡਾਂ ਨਾਲ ਜੁੜੇ ਬੰਦੇ ਨੇ, ਸੰਸਥਾਵਾਂ ਨੇ, ਇਹ ਬੰਦ ਕਰ ਦਿਓ, ਇਹ ਫਲਾਣੇ ਨਾਲ ਜੁੜੀਆਂ ਸੰਸਥਾਵਾਂ ਨੇ, ਇਹ ਬੰਦ ਕਰ ਦਿਓ, ਇਹਦੇ ਸਾਰਾ ਬਾਹਰੋਂ ਆਇਆ ਪੈਸਾ ਬੰਦ ਕਰ ਦਿਓ, ਬਾਹਰੋਂ ਲੈ ਰਹੇ ਨੇ, ਬਾਹਰੋਂ ਕ੍ਰਿਮੀਨਲ ਲੈ ਕੇ ਆਉਂਦੇ ਨੇ ਪੈਸਾ। ਉਹ ਭਾਈ ਸਾਹਿਬ ਪਹਿਲਾਂ ਹੀ ਸਾਡਾ ਪੈਸਾ ਬਾਹਰ ਜਾ ਰਿਹਾ ਸਭ ਤੋਂ ਜ਼ਿਆਦਾ, ਲੋਕ ਫੀਸਾਂ ਦੇ ਰਾਹੀਂ ਬਾਕੀ ਚੱਕਦੇ, ਜਿਹੜਾ ਪੈਸਾ ਆਉਂਦਾ ਕਿਸੇ ਕੰਟਰੀ ਦੇ ਵਿੱਚ, ਔਰ ਉਹ ਘੱਟੋ ਘੱਟ ਤੁਸੀਂ ਉਹ ਤਾਂ ਹੁਣ ਉਹ ਵੀ ਬੰਦ ਕਰ ਦਿਓਗੇ ਟੋਟਲੀ, ਤੁਸੀਂ ਦੇ ਨਹੀਂ ਰਹੇ ਕਿਸੇ ਵੀ ਮਾਮਲੇ ਦੇ ਵਿੱਚ, ਤਾਂ ਨਾ ਰਿਸਰਚ ਹੋਣਗੀਆਂ ਨਾ ਲੋਕਾਂ ਦਾ ਫਾਇਦਾ ਹੋਣਾ। ਦੂਜੀ ਗੱਲ, ਇਹ ਤਾਂ ਇਕੱਲੇ ਫਾਈਨਾਂਸ ਤੇ ਨਹੀਂ ਕਰ ਰਹੇ ਤੁਸੀਂ, ਇਹ ਰੇਡ ਤਾਂ NIA ਨੇ ਕੀਤੀ ਹੈ। NIA ਦਾ ਮਤਲਬ ਹੈ ਕਿ ਕ੍ਰਿਮੀਨਲ ਮਿਲੀਟੈਂਸੀ ਨਾਲ ਜਾਂ ਖਾੜਕੂਵਾਦ ਨਾਲ ਜਾਂ ਅੱਤਵਾਦ ਨਾਲ ਜੁੜੇ ਹੋਏ ਮਾਮਲੇ ਤੁਸੀਂ ਲੈ ਰਹੇ ਹੋ। ਕੀ ਖਾਲਸਾ ਏਡ ਦੇ ਸਾਰੇ ਮਾਮਲੇ ਚ ਉਹ ਲੱਭ ਰਹੇ ਹੋ? ਪਹਿਲਾਂ ਤਾਂ ਅੱਖਾਂ ਮੀਚ ਕੇ ਸ਼੍ਰੋਮਣੀ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ ਤੇ BJP ਹੋਵੇ, ਕਾਂਗਰਸ ਹੋਵੇ, ਤੁਸੀਂ NIA ਦੇ ਨੂੰ ਅਪਰੂਵ ਕੀਤਾ, ਉਹਦੇ ਅਮੈਂਡ ਕਰਨ ਦੇ ਮਾਮਲੇ ਨੂੰ ਅਪਰੂਵ ਕੀਤਾ, ਤੇ ਜਦੋਂ ਤੁਸੀਂ ਹੱਥ ਵਢਾ ਰਹੇ ਹੋ ਉਸ ਸਾਰੇ ਮਾਮਲੇ ਦੇ ਵਿੱਚ ਆ ਕੇ, ਫਿਰ ਉਹ ਦਖਲ ਦੇਣਗੇ ਤੁਹਾਡੇ ਇੱਥੇ ਲਗਾਤਾਰ ਜਿੱਥੇ ਕਿਤੇ ਜਾ ਕੇ, ਤਾਂ ਤੁਸੀਂ ਪੋਲੀਟੀਕਲੀ ਵੀ ਮੋਰਲ ਆਵਾਜ਼ ਨਹੀਂ ਉਠਾ ਸਕਦੇ, ਇਖਲਾਕੀ ਤੌਰ ਤੇ ਤੁਸੀਂ ਹਾਰ ਚੁੱਕੇ ਹੋ, ਆਪਣੇ ਹੱਥ ਵਢਾ ਚੁੱਕੇ ਹੋ। ਕਿਉਂ ਨਹੀਂ ਆਵਾਜ਼ ਉੱਠ ਰਹੀ? ਉਹ ਇਹ ਕਾਰਨ ਹੈ ਕਿ ਤੁਸੀਂ ਨਹੀਂ NIA ਤੇ ਵੀ ਬੋਲ ਰਹੇ ਕਿਸੇ ਵੀ ਮਾਮਲੇ ਦੇ ਉੱਤੇ। ਔਰ ਉਹਨਾਂ ਦੇ ਜਿਹੜਾ ਇਧਰ ਰੀਜਨ ਦਾ ਇੰਚਾਰਜ ਹੈ ਖਾਲਸਾ ਏਡ ਦਾ, ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕੀ ਕੀਤਾ, ਸਾਡੇ ਤੋਂ ਕੀ ਲੱਭ ਰਹੇ ਹੋ ਤੁਸੀਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵੀ ਲੱਭ ਰਹੇ ਹੋ। ਅੱਜ ਤੱਕ ਅਸੀਂ ਜਿੰਨੇ ਕੰਮ ਕੀਤੇ ਉਹਦਾ ਪੈਸਾ, ਬਾਕੀ ਚੀਜ਼ਾਂ ਤੁਹਾਡੇ ਸਾਹਮਣੇ ਨੇ, ਉਹਦੇ ਚ ਜਾਂ ਤਾਂ ਕੋਈ ਤੱਥ ਦਿਖਾ ਦਿਓ। ਐਵੇਂ ਕਰਨਾ ਤਾਂ ਟੈਰਰਾਈਜ਼ ਕਰਨਾ। ਇੱਕ ਸਾਡੇ ਬਹੁਤ ਵਲੰਟੀਅਰ ਟੈਰਰਾਈਜ਼ ਹੋ ਜਾਣਗੇ, ਹੋ ਸਕਦਾ ਸਾਡੇ ਨਾਲ ਟੁੱਟ ਕੇ ਬਹਿ ਜਾਣ ਘਰਾਂ 'ਚ, ਸੇਵਾ ਨਾ ਕਰਨ ਉਸ ਪੱਧਰ ਦੇ ਉੱਤੇ ਜਿਹੜੇ ਆ ਕੇ ਕਰ ਰਹੇ ਨੇ। ਕੀ ਇਹਦਾ ਮਤਲਬ ਨੁਕਸਾਨ ਕਿਹਦਾ ਹੋਏਗਾ? ਨੁਕਸਾਨ ਕਾਮਨ ਬੰਦੇ ਦਾ ਹੋਏਗਾ, ਜਿਹੜੇ ਬੰਦੇ ਜਾ ਕੇ ਹੁਣ ਸੈਕਟਰ ਦੇ ਵਿੱਚ ਉੱਥੇ ਕੋਈ ਛੁੱਟੀਆਂ ਲੈ ਕੇ, ਬਹੁਤ ਜ਼ਿਆਦਾ ਇਹੋ ਜਿਹੇ ਨੇ ਜਿਹੜੇ ਚੰਗੇ ਚੰਗੇ ਮੁਲਾਜ਼ਮ ਨੇ, ਗਜ਼ਟਡ ਅਫਸਰ ਨੇ, ਵੱਖ-ਵੱਖ ਨੇ, ਉਹ ਮਹੀਨਿਆਂ ਦੀਆਂ ਛੁੱਟੀਆਂ ਲੈ ਕੇ ਚਲੇ ਜਾਂਦੇ ਨੇ ਸੇਵਾ ਕਰਨ ਦੇ ਨਾਂ ਤੇ। ਇਸ ਮਾਮਲੇ ਦੇ ਵਿੱਚ ਕੱਲ ਨੂੰ ਇਸ ਢੰਗ ਨਾਲ 4 ਵਾਰ ਹੋਰ ਦਾਖਲ ਦੇਤਾ, ਉਹ ਤਾਂ ਪਹਿਲਾਂ ਬੈਠ ਜਾਣਗੇ ਵੀ ਆਪਣੀ ਤਾਂ ਅੱਗੇ ਨੌਕਰੀ ਪਈ ਆ, ਆਪਣਾ ਤਾਂ ਘਰ ਪਿਆ, ਆਪਣਾ ਕੀ ਹੈ। ਕੀ ਤੁਸੀਂ ਸੇਵਾ ਤੇ ਇਸ ਮਾਮਲੇ 'ਚ ਉਹਨੂੰ ਕ੍ਰਿਮੀਨਲਾਈਜ਼ ਕਰਕੇ ਉਸ ਮਾਮਲੇ ਦਾ ਇੱਕ ਨੈਰੇਟਿਵ ਸਿਰਜ ਕੇ ਉਹ ਸਿਸਟਮ ਨੂੰ ਵੀ ਜੇ ਬੰਦ ਕਰਨਾ ਚਾਹੁੰਦੇ ਹੋ ਤਾਂ ਇਹਦਾ ਵਿਰੋਧ ਮੇਰਾ ਖਿਆਲ ਹੋਣਾ ਚਾਹੀਦਾ, ਕਿਸੇ ਵੀ ਰੂਪ 'ਚ ਹੋਵੇ। ਬਾਕੀ ਦੇ ਮਾਮਲੇ ਨੇ ਜਿਹੜੀਆਂ ਕੋਈ ਇਕਨੋਮਿਕ ਗੱਲਾਂ ਨੇ, ਉਹ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ, ਉਹਨਾਂ ਤੇ ਤੁਹਾਡੇ ਸਾਹਮਣੇ ਕੋਈ ਪ੍ਰੂਫ ਹੋਣ। ਮੈਂ ਨਹੀਂ ਕਹਿੰਦਾ ਬਿਲਕੁਲ ਛੱਡੋ, ਠੀਕ ਹੈ, ਟਰਾਂਸਪੇਰੈਂਟ ਹੋਣਾ ਚਾਹੀਦਾ ਖਾਲਸਾ ਏਡ ਨੂੰ ਵੀ, ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰਿਪੋਰਟਾਂ ਪੇਸ਼ ਆਉਣੀਆਂ ਚਾਹੀਦੀਆਂ ਨੇ, ਪਰ ਉਹ ਇਕਨੋਮਿਕ ਅਫੈਂਸ ਹੋਣਗੇ, ਜੇ ਹੋਣਗੇ ਵੀ ਇਹ ਜ਼ਿਆਦਾ ਖਤਰਨਾਕ ਹੈ, ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਸਰਦਾਰ ਜਗਤਾਰ ਸਿੰਘ ਜੀ, ਇਹਦੇ ਕੀ ਅਰਥ ਲਈਏ ਜੀ? ਮੇਰੇ ਖਿਆਲ ਦੇ ਵਿੱਚ ਗੱਲ ਬੜੀ ਸਪਸ਼ਟ ਹੀ ਹੈ ਕਿ ਜੇ ਫਾਈਨੈਂਸ਼ੀਅਲ ਇਰੈਗੂਲਰਿਟੀ ਦੀ ਗੱਲ ਹੋਵੇ, ਫਿਰ NIA ਉਹਦੇ ਦੇ ਵਿੱਚ ਇੰਟਰਵੀਨ ਨਹੀਂ ਕਰਦੀ ਹੁੰਦੀ, ਪਰ ਤਾਂ ED, ਇਨਕਮ ਟੈਕਸ ਜਿਹੜੀਆਂ ਏਜੰਸੀਆਂ ਹੈ ਉਹ ਇਨਵੈਸਟੀਗੇਟ ਕਰਦੀਆਂ। NIA ਦਾ ਰੇਡ ਦਾ ਮਤਲਬ ਬੜਾ ਸਪਸ਼ਟ ਹੈ ਕਿ ਇਹਨਾਂ ਨੂੰ ਸੋ ਕਾਲਡ ਐਂਟੀ ਨੈਸ਼ਨਲ ਐਕਟੀਵਿਟੀ ਦੇ ਨਾਲ ਲਿੰਕ ਕੀਤਾ ਜਾ ਰਿਹਾ, ਉਸ ਪਾਸਿਓਂ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ। ਚਲੋ ਮੈਂ ਕਹਿੰਦਾ ਚਲੋ ਵੀ ਕਰ ਲੈਣ ਦਿਓ, ਲੇਕਿਨ ਕੀ ਇਹ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਏਜੰਸੀ ਨੂੰ? ਕਿਉਂਕਿ ਇਹ ਏਜੰਸੀ ਸਿੱਖਾਂ ਦੀ ਆਇਡੈਂਟੀਟੀ ਨੂੰ ਗਲੋਬਲ ਲੈਵਲ ਤੇ ਇੱਕ ਨਵੇਂ ਲੈਵਲ ਤੇ ਲੈ ਗਈ ਹੈ ਥਰੂ ਸੇਵਾ। ਸਿੱਖਾਂ ਦਾ ਇੱਕ ਬਹੁਤ ਪੋਜ਼ਿਟਿਵ ਰੂਪ ਸਾਰੀ ਦੁਨੀਆ ਸਾਹਮਣੇ ਪੇਸ਼ ਹੋਇਆ। ਇਹ ਲੋਕ ਸੀਰੀਆ ਵੀ ਪਹੁੰਚੇ, ਕਨਫਲਿਕਟ ਜ਼ੋਨ ਦੇ ਵਿੱਚ ਇਰਾਕ ਵੀ ਪਹੁੰਚੇ, ਸੈਂਟਰਲ ਏਸ਼ੀਆ ਤੇ ਰੋਹਿੰਗੀਆਸ ਹਰ ਥਾਂ ਪਹੁੰਚੇ। ਇਹ ਲੋਕ ਰਿਸਕ ਵੀ ਲਿਆ। ਫਾਈਨੈਂਸ਼ੀਅਲ ਇਰੈਗੂਲਰਿਟੀ ਅਸੀਂ ਕਦੇ ਰੂਲ ਆਊਟ ਹੀ ਨਹੀਂ ਕਰਦੇ। ਜਦੋਂ ਸੰਸਥਾ ਕੋਈ ਵੱਡੀ ਹੋਵੇ ਤੇ ਜਿਹੜੇ ਲੋਕ ਉਹਦੇ 'ਚ ਕੰਮ ਕਰ ਰਹੇ ਹੈ, ਉਹਨਾਂ ਨੇ ਰੋਟੀ ਵੀ ਖਾਣੀ ਹੁੰਦੀ ਹੈ। ਸਿੱਖਾਂ ਦਾ ਇੱਕ ਸੈਕਸ਼ਨ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਲਗਾਤਾਰ ਇਹਨਾਂ ਨੂੰ ਅਟੈਕ ਕਰਦਾ ਆ ਰਿਹਾ ਸੀਗਾ। ਕੀ ਕੇਂਦਰ ਸਰਕਾਰ ਹੁਣ ਜਿਹੜੇ ਇਹ ਸੈਕਸ਼ਨ ਹੈ ਇਹਨਾਂ ਦਾ ਫਾਇਦਾ ਉਠਾ ਕੇ ਆਪਣੇ ਇਸ ਸੰਸਥਾ ਨੂੰ ਕ੍ਰਸ਼ ਕਰਨਾ ਚਾਹੁੰਦੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ? ਜੇ ਕੋਈ ਉਹਨਾਂ ਦੇ ਕੁਐਸਚਨ ਮਾਰਕ ਹੈ ਤੇ ਮੇਰਾ ਖਿਆਲ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਸਭ ਦੇ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੀਦੀ ਹੈ। ਇਹ ਜਿਹੜੇ ਟੈਰਰ ਪ੍ਰੈਕਟਿਸ ਹੈ ਬੰਦ ਹੋਣੀ ਚਾਹੀਦੀ ਹੈ।
ਤੇ ਸਿੱਖ ਸੰਸਥਾਵਾਂ ਨੂੰ ਇਹਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਹੋ ਸਕਦਾ ਹੈ, ਕਿਉਂਕਿ ਇਸ ਸੰਸਥਾ ਤੇ ਪਹਿਲਾਂ ਵੀ ਇਲਜ਼ਾਮ ਆਉਂਦੇ ਰਹੇ ਆ ਕਿ ਇਹ ਪੰਜਾਬ ਦੇ ਲੋਕਾਂ ਦੀ ਬਾਂਹ ਘੱਟ ਫੜਦੇ ਆ, ਤੇ ਜੇ ਹੁਣ ਉਹ ਲੱਗੇ ਨੇ ਥੋੜਾ ਬਹੁਤਾ, ਤੇ ਜਿਸ ਤਰੀਕੇ ਨਾਲ ਇਹ ਰੇਡ ਹੋਈ ਆ, ਹੋ ਸਕਦਾ ਕਿ ਥੋੜੇ ਸਮੇਂ ਬਾਅਦ ਅਸੀਂ ਖਾਲਸਾ ਏਡ ਨੂੰ ਇੱਕ ਵਾਰੀ ਫਿਰ ਪੰਜਾਬ ਤੋਂ ਬਾਹਰ ਹੁੰਦੀ ਦੇਖੀਏ। ਸ਼ਾਇਦ ਉਹ ਭਾਰਤ ਵਿੱਚ ਹੀ ਆਪਣੀਆਂ ਸਰਗਰਮੀਆਂ ਬੰਦ ਕਰ ਦੇਣ, ਐਸੀ ਨੌਬਤ ਆਵੇ। ਇਸ ਤੋਂ ਪਹਿਲਾਂ ਸਿੱਖ ਲੀਡਰਸ਼ਿਪ ਤੇ ਖਾਸ ਤੌਰ ਤੇ ਪੰਜਾਬ ਦੀ ਸਰਕਾਰ ਨੂੰ ਇਹ ਮਾਮਲਾ ਟੇਕਅਪ ਕਰਨਾ ਚਾਹੀਦਾ ਕੇਂਦਰ ਨਾਲ। ਵੈਸੇ ਤਾਂ NIA ਦੇ ਚੀਫ ਵੀ ਇੱਕ ਤਰ੍ਹਾਂ ਨਾਲ ਪੰਜਾਬੀ ਨੇ, ਦਿਨਕਰ ਗੁਪਤਾ ਸਾਹਿਬ ਇਹਨਾਂ ਬਰੀਕੀਆਂ ਨੂੰ ਜਾਣਦੇ ਹੋਣਗੇ। ਉਹ ਵੀ ਆਪਣਾ ਨਿੱਜੀ ਦਖਲ ਦੇ ਕੇ ਇਹ ਸਮਝਣ ਸਮਝਾਉਣ ਦੇ ਆਰ 'ਚ ਹੋਣੇ ਚਾਹੀਦੇ ਆ ਕਿ ਇਸ ਸੰਸਥਾ ਵੱਲੋਂ ਕਿਹੜੀਆਂ ਬੇਨਿਯਮੀਆਂ ਹੋਈਆਂ ਜਾਂ ਕਿਉਂ ਇਹਨੂੰ ਨਿਸ਼ਾਨੇ ਤੇ ਲਿਆ ਗਿਆ। ਘੱਟੋ ਘੱਟ ਲੋਕਾਂ ਦੇ ਵਿੱਚ ਇਸ ਚੀਜ਼ ਬਾਰੇ ਜਿਹੜੀ ਧੁੰਦ ਆ ਉਹ ਤਾਂ ਛੱਡਣੀ ਚਾਹੀਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।